सतनाम श्री वाहिगुरु जी। सलोक महला पंजवा। पंजवें पातशाह धन धन सतगुरु श्री गुरु अर्जन देव साहब जी महाराज रामकली राग विच ये 9वां श्लोक उचारण कर रहे हैं। हो कृपाल स्वामी मेरे, हे मेरे मालक परमेश्वर मेरे उत्ते दयालु होना करो जी। संतां संग विहावे तां जो मेरी उम्र संतां महात्मा जनां दी संगत करदियां ही बतीत होवे। कबीर जी का हुक्म है, कबीर संगत करिए साध की, अंत करे निर्वाह। सागत संग न कीजिए जाते हुए बिनाह। कि सागतां दी संगत मतां करो जिस करके जीवन का नाश ही हो जाए। कबीर संगत साध की दिन दिन दूना हेत, साकतकारी कांबरी धोए हुए न सेत। कबीर एक घड़ी आदि खरी आदि होंदे आद, भगतन सेती गोष्ठ जो कीने सो लाभ। हे वाहिगुरु मेरे ते मेहर कर, मेरे ते कृपालु हो। संतां दी संगत करदियां ही मेरी उम्र बतीत होवे जी। तुदों हो भुल्ले से जम जम मरद, तिन कदे न चुकन हावे। हे परमेश्वर ਜਿਹੜੇ ਜਮਾਂ ਦੇ ਵਸ ਪੈ ਕੇ ਤੈਨੂੰ ਭੁੱਲੇ ਹੋਏ ਨੇ, ਉਹ 84 ਲੱਖ ਜੂਨਾਂ ਵਿੱਚ ਜਮ ਜਮ ਕੇ ਮਰਦੇ ਰਹਿੰਦੇ ਨੇ। ਔਰ ਉਹਨਾਂ ਦੇ ਅੰਦਰੋਂ ਪਦਾਰਥਾਂ ਦੇ ਵਿਛੜਨੇ ਕਰਕੇ ਪਏ ਹੋਏ ਝੋਰੇ ਕਦੇ ਵੀ ਚੁੱਕੇ ਨਹੀਂ ਜਾਂਦੇ। ਮਹੱਲਾ ਪੰਜਵਾ। ਸਤਿਗੁਰ ਸਿਮਰ ਹੋਇਆ ਆਪਣਾ ਘਟ ਅਵ ਘਟ ਘਟ ਘਾਟ। ਇਹ ਭਾਈ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਸਿਮਰਨਾ ਕਰੋ, ਕਿਉਂਕਿ ਸਤਿਗੁਰੂ ਜੀ ਘਟ ਹਿਰਦੇ ਦੇ ਅੰਦਰ ਪੈਦਾ ਹੋਣ ਵਾਲੇ ਕਾਮ ਕ੍ਰੋਧ ਆਦਿਕਾਂ ਤੋਂ ਰੱਖਿਆ ਕਰਨ ਵਾਲੇ ਹਨ। ਅਵ ਘਟ ਔਖੀਆਂ ਘਾਟੀਆਂ ਵਿੱਚ ਵੀ ਰੱਖਿਆ ਕਰਨ ਵਾਲੇ ਨੇ। ਦਰਿਆਵਾਂ ਦੇ ਘਾਟਾਂ ਵਿੱਚ ਜਾਂ ਬੈਤਰਨੀ ਨਦੀ ਦੇ ਘਾਟਾਂ ਦੀ ਰੱਖਿਆ ਕਰਨ ਵਾਲੇ ਨੇ, ਜਾਂ ਸੰਸਾਰ 84 ਲੱਖ ਜੂਨਾਂ ਰੂਪ ਘਾਟਾਂ ਦੇ ਵਿੱਚ ਵੀ ਰੱਖਿਆ ਕਰਨ ਵਾਲੇ ਹਨ। ਚਾਰ ਖਾਣੀਆਂ ਦੇ ਘਾਟਾਂ ਘਾਟਾਂ ਵਿੱਚ ਵੀ ਰੱਖਿਆ ਕਰਨ ਵਾਲੇ ਨੇ, ਜਾਂ ਘਟ ਅਵ ਘਟ ਘਟ ਘਾਟ। ਅਵ ਘਟ ਔਖੇ ਸਥਾਨਾਂ ਦੇ ਵਿੱਚ ਤੇ ਘਾਟ ਸੁਘਟ ਘਾਟ ਸੌਖੇ ਸਥਾਨਾਂ ਵਿੱਚ, ਭਾਵ ਸੁੱਖ ਦੀਆਂ ਘਾਟੀਆਂ ਵਿੱਚ ਵੀ ਰੱਖਿਆ ਕਰਨ ਵਾਲੇ ਹਨ। ਜਾਂ ਘਾਟ ਅਵ ਘਾਟ ਔਖੀਆਂ ਘਾਟੀਆਂ ਟੇਢੀਆਂ ਜੂਨਾਂ ਵਿੱਚ ਅਤੇ ਸ੍ਰੇਸ਼ਟ ਘਾਟੀਆਂ ਚੰਗੀਆਂ ਜੂਨਾਂ ਵਿੱਚ ਤੇ ਚੇਤਨਤਾ ਵਾਲੇ ਸਰੀਰਾਂ ਵਿੱਚ ਵੀ ਰੱਖਿਆ ਕਰਨ ਵਾਲੇ ਹਨ। ਇਸੇ ਪ੍ਰਕਾਰ ਸਤਿਗੁਰ ਸਿਮਰ ਹੋਇਆ ਆਪਣਾ ਘਟ ਅਵ ਘਟ ਘਟ ਘਾਟ। ਜੋ ਘਟ ਹਿਰਦੇ ਵਿੱਚ ਅਵ ਘਟ ਕਾਮ ਆਦਿਕ ਔਗਣ ਸ਼ੁਭ ਗੁਣਾਂ ਨੂੰ ਘਟਾਉਣ ਵਾਲੇ ਨੇ, ਉਹਨਾਂ ਨੂੰ ਘਟਾ ਕੇ ਆਪਣੇ ਸਤਿਗੁਰਾਂ ਦੁਆਰਾ ਪਰਮੇਸ਼ਰ ਨੂੰ ਸਿਮਰਨਾ ਕਰੋ। ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਧੈ ਵਾਟ। ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਔਰ ਭਗਤੀ ਰੂਪ ਗਿਆਨ ਰੂਪ ਰਸਤੇ ਉੱਪਰ ਚੱਲਦਿਆਂ ਕੋਈ ਵੀ ਰਾਗ ਦੁਆਖ ਆਦਿਕ ਜਾਂ ਜਮਦੂਤ ਆਦਿਕ ਬੰਨ ਰੁਕਾਵਟ ਨਹੀਂ ਪਾ ਸਕਦੇ। ਮਹਾਰਾਜ ਦਾ ਨਾਮ ਜਪਦਿਆਂ ਹੋਇਆ ਤਾਂ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਮਹਾਰਾਜ ਜਨਕ ਨੇ ਸਾਰੇ ਨਰਕੀ ਵੇਲੇ ਕਰਵਾ ਦਿੱਤੇ ਸੀ। ਜਿਹੜਾ ਖੁਦ ਆਪ ਨਾਮ ਜਪਦਾ ਉਹਦੀ ਕਿਉਂ ਨਾ ਸਹਾਇਤਾ ਹੋਊਗੀ। ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਅਣਾ ਹੋਣਾ ਤੂੰ ਨਾ ਛੁਟੈ ਨਿਕਲ ਨਾ ਜਾਈਓ ਦੂਤ। ਧਰਮ ਰਾਜਾ ਆਪਦੇ ਦੂਤਾਂ ਨੂੰ ਹੁਕਮ ਕਰਦਾ ਕਿ ਜਿੱਥੇ ਸਾਧੂ ਰੱਬ ਦਾ ਭਜਨ ਕੀਰਤਨ ਕਰਦੇ ਹੋਣ ਤੁਸੀਂ ਉੱਥੇ ਨਹੀਂ ਜਾਣਾ।
ਜੇ ਚਲੇ ਗਏ ਤਾਂ ਰੱਬ ਦੀ ਦਰਗਾਹ 'ਚ ਵੱਜਿਆ ਹੋਇਆ ਨਾ ਤਾਂ ਮੈਂ ਛੁੱਟਾਂਗਾ ਨਾ ਤੁਸੀਂ ਛੁੱਟੋਗੇ, ਨਾ ਹੀ ਸਾਡੀ ਜਾਮਪੁਰੀ ਛੁੱਟੇਗੀ। ਸੋ ਇਸ ਲਈ ਮਹਾਰਾਜ ਦਾ ਨਾਮ ਜਪਣਾ ਚਾਹੀਦਾ। ਪੌੜੀ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾਹੀਂ। ਹੇ ਪਰਮੇਸ਼ਰ, ਜਿੱਥੇ ਮਾਤਾ ਦੇ ਗਰਭ ਦੇ ਵਿੱਚ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ, ਉੱਥੇ ਤੂੰ ਹੀ ਰੱਖਿਆ ਕਰਨ ਦੇ ਸਮਰੱਥ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾ ਊਹਾ ਤੁਹਾਰੋ ਤੋਰਾ। ਸਾਨੂੰ ਤਾਂ ਇਸ ਲੋਕ 'ਚ ਤੇ ਪਰਲੋਕ ਦੇ ਵਿੱਚ ਤੇਰਾ ਹੀ ਆਸਰਾ ਹੈ ਜੀ। ਆਪਣਾ ਸਿਮਰਨ ਦੇ ਪ੍ਰਤਪਾਲਿਆ, ਉਹ ਸਗਲ ਘਟਾਂ ਕਾ ਮਾਲਕਾ। ਜਿਨੇ ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ। ਸੋਈ ਸੁਆਮੀ यहाँ ਰਾਖੈ, ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਟੇਕ। ਉੱਥੇ ਵੀ ਮਾਤਾ ਦੀ ਉਦਰ ਦੇ ਵਿੱਚ ਵੀ ਸਮਰੱਥ ਹੈ ਰੱਖਿਆ ਕਰਨ ਨੂੰ। ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਜੋ ਮਾਤਾ ਦੇ ਉਦਰ ਪੇਟ ਵਿੱਚ ਜਠਰ ਅਗਨੀ ਲੱਟ ਲੱਟ ਬਲ ਰਹੀ ਹੈ, ਜਿੱਥੇ ਖਾਧੇ ਮਾਤਾ ਦੇ ਰੋੜ ਵੀ ਉਹਨਾਂ ਦਿਨਾਂ 'ਚ ਹਜਮ ਹੋ ਜਾਂਦੇ, ਉੱਥੇ ਫੁੱਲ ਨਾਲੋਂ ਕੋਮਲ ਮਨੁੱਖਾ ਸਰੀਰ ਬੱਚੇ ਦੇ ਸਰੀਰ ਨੂੰ ਕੁਝ ਨਹੀਂ ਹੋਣ ਦਿੰਦਾ। ਉੱਥੇ ਵੀ ਹੀ ਵਾਹਿਗੁਰੂ ਰੱਖਿਆ ਕਰਕੇ ਹੀ, ਤੇਰੀ ਰੱਖਿਆ ਕਰਕੇ ਜੀਵ ਜੀਵਤ ਰਹਿੰਦਾ ਹੈ। ਪੌੜੀ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ। ਉਰਦ ਮੁਖ ਕੋ ਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰ ਤੂੰ ਨਾ ਜਲ ਹੈ, ਮਨ ਦਨ ਉਰ ਥਾਰ। ਬਿਖਮ ਤਾਨੂੰ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਸੋ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੁਣ ਕੇ ਜਮ ਕੇ ਦੂਤ, ਨਾਏ ਤੇਰਾ ਛੱਡ ਜਾਹੇ। ਹੇ ਪਰਮੇਸ਼ਰ, ਯਮ ਰਾਜੇ ਦੇ ਦੂਤ ਤੇਰੇ ਨਾਮ ਨੂੰ ਸੁਣ ਕੇ ਤੇ ਤੇਰੇ ਨਾਮ ਦੇ ਵਿੱਚ ਜੁੜੇ ਹੋਏ ਜਾਣ ਕੇ ਛੱਡ ਕੇ ਦੌੜ ਜਾਂਦੇ ਨੇ। ਤੇਰੇ ਨਾਮ ਨੂੰ ਸੁਣ ਕੇ ਯਮ ਰਾਜ ਦੇ ਦੂਤ ਵੀ ਛੱਡ ਜਾਂਦੇ ਨੇ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ। ਆਦਰ ਸੁਭ ਦੀ ਸਤਿਕਾਰ ਦਿੰਦੇ ਨੇ, ਕੋਈ ਉਹ ਕਰਕੇ ਨਹੀਂ ਬੁਲਾਉਂਦਾ, ਛੱਡ ਕੇ ਪਰੇ ਹੋ ਕੇ ਖਲੋ ਜਾਂਦੇ ਨੇ। ਜਿਵੇਂ ਭਾਈ ਪੁਰਾਣਾ ਜੀ ਨੇ ਕਿਸੇ ਸ਼ਾਹੂਕਾਰ ਨੂੰ ਜਦੋਂ ਬੁਖਾਰ ਚੜਿਆ ਹੋਇਆ ਸੀ, ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਗੁਰਦੁਆਰੇ ਵੀ ਨਹੀਂ ਆਇਆ, ਬਾਰੇ ਬਾਰੀ ਮੁਕਤ ਕਰਕੇ ਉਹਨੂੰ ਸੱਚਖੰਡ ਨੂੰ ਤੋਰ ਦਿੱਤਾ। ਵੇਖੋ ਕਿੰਨੀ ਕਿਰਪਾ ਹੋਈ। ਉਹਨੂੰ ਸਮਝਾਇਆ ਕਿ ਭਲਿਆ ਲੋਕਾ, ਤੂੰ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ, ਤੇ ਪਰ ਹੁਣ ਤੂੰ ਸੁਖਮਨੀ ਸਾਹਿਬ ਦਾ ਪਾਠ ਸੁਣਿਆ, ਇਹਦਾ ਫਲ ਤੈਨੂੰ ਮਿਲਣਾ ਹੈ। 2 ਘੜੀਆਂ ਸੰਗਤ ਦੇ ਦਰਸ਼ਨ ਹੋਣਗੇ, 4 ਘੜੀਆਂ ਸੰਗਤ ਦੇ ਦਰਸ਼ਨ ਹੋਣਗੇ, ਤੇ ਤੂੰ ਕਹੀਂ ਵੀ ਮੈਂ ਪਹਿਲਾਂ ਕਰਨੇ ਨੇ। ਉਹ ਸੱਚਖੰਡ ਦੇ ਵਿੱਚ ਜਦ ਪਹੁੰਚਿਆ, ਭਾਈ ਪੁਰਾਣਾ ਜੀ ਨੇ ਉਹਨੂੰ ਇਸ਼ਾਰੇ ਨਾਲ ਆਪਦੇ ਕੋਲ ਬੁਲਾਇਆ। ਉਹਨਾਂ ਨੇ ਪਹਿਚਾਣ ਲਿਆ ਤੇ ਕਹਿੰਦੇ ਬੈਠ ਜਾ। ਤੇ ਬਾਰ-ਬਾਰ ਘੜੀ ਵੱਲ ਵੇਖੇ, ਦਰਵਾਜ਼ੇ ਵੱਲ ਵੇਖੇ। ਭਾਈ ਸਾਹਿਬ ਕਹਿੰਦੇ ਕਿੱਧਰ ਵੇਖ ਰਹੇ ਆ? ਕਹਿੰਦੇ ਜੀ ਉਹ ਬਾਹਰ ਯਮਦੂਤ ਖੜੇ ਨੇ, ਮੈਨੂੰ ਬੜਾ ਡਰਾ ਰਹੇ ਸੀ ਕਿ ਜੇ ਟਾਈਮ ਸਿਰ ਨਾ ਆਇਆ ਤਾਂ ਤੈਨੂੰ ਮਾਰਾਂਗੇ, ਬੜਾ ਕੁੱਟਾਂਗੇ। ਕਹਿੰਦੇ ਆ ਫੜ ਪੱਖਾ ਕਰ। ਉਹਨਾਂ ਦੀ ਇੱਥੇ ਸਮਰੱਥਾ ਹੀ ਨਹੀਂ ਆਉਣ ਦੀ, ਹੁਣ ਜਿੱਥੇ ਆਉਣਾ ਸੀ ਤੂੰ ਆ ਗਿਆ। ਤੋ ਇੰਜ ਮਹਾਰਾਜ ਦੀ ਕਿਰਪਾ ਦੇ ਨਾਲ ਯਮਦੂਤ ਪਾਸ ਨਹੀਂ ਆ ਸਕਦੇ। ਬਹੁ ਜਲ ਬਿਖਮਸ ਗਾਹੋ, ਗੁਰ ਸਬਦੀ ਪਾਰ ਪਾਏ। ਜੋ ਭੈਰੂ ਪਾਣੀ ਨਾਲ ਭਰਿਆ ਹੋਇਆ, ਕਠਿਨ ਔਖਾ ਤੇ ਅਥਾ ਬਹੁਤ ਡੂੰਘਾ ਸੰਸਾਰ ਰੂਪ ਸਮੁੰਦਰ ਹੈ। ਇਸ ਤੋਂ ਜੀਵ ਗੁਰ ਸਬਦੀ ਪਾਰ ਪਾਏ, ਗੁਰੂ ਉਪਦੇਸ਼ ਦੀ ਕਮਾਈ ਕਰਕੇ ਹੀ ਪਾਰ ਪੈਂਦਾ ਹੈ। ਜਿਨ ਕੋ ਲਗੀ ਪਿਆਸ, ਅੰਮ੍ਰਿਤ ਸੇ ਹੀ ਖਾਏ। ਇਹ ਪਰਮੇਸ਼ਰ, ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਤ੍ਰੇ ਲੱਗੀ ਹੋਈ ਹੈ, ਉਹ ਨਾਮ ਰੂਪ ਜਾਂ ਆਤਮਕ ਆਨੰਦ ਰੂਪ ਅੰਮ੍ਰਿਤ ਨੂੰ ਖਾਂਦੇ ਨੇ। ਅੰਮ੍ਰਿਤ ਤਾਂ ਪੀਵੀ ਦਾ ਹੈ, ਖਾਣ ਦਾ ਮਤਲਬ ਕੀ? ਭਾਵ ਨਾਮ ਅੰਮ੍ਰਿਤ ਨੂੰ ਪੀ ਕੇ ਅਮਰ ਹੋ ਜਾਂਦੇ, ਭਾਵ ਪੀਣ ਦਾ ਹੀ ਹੈ। ਬੰਬੇ ਦੇ ਇਲਾਕੇ ਵਿੱਚ ਪੀਣ ਵਾਲੀ ਚੀਜ਼ ਨੂੰ ਖਾਣਾ ਕਹਿੰਦੇ ਨੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਹੇ ਪਰਮੇਸ਼ਰ, ਜੋ ਤੇਰੇ ਗੁਣਾਂ ਨੂੰ ਗਾਉਣਾ ਹੈ,
ਕਲਯੁਗ ਦੇ ਵਿੱਚ ਇਹੀ ਵੱਡਾ ਪੁੰਨ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫੜਾ ਗੁਰ ਤੇ ਬਿਦ ਜਾਣੀ। ਹੁਣ ਸਾਡੇ ਪਾਸ ਇੰਨਾ ਪੈਸਾ ਨਹੀਂ ਕਿ ਆਪਾਂ ਦਾਨ ਪੁੰਨ ਕਰ ਸਕੀਏ, ਪਰ ਜੋ ਮਹਾਰਾਜ ਦੀ ਬਾਣੀ ਨੂੰ ਸੁਣਨਾ ਤੇ ਗਾਉਣਾ ਹੈ, ਜੋ ਜੋ ਸੁਣੇ ਕਥੇ ਹਰ ਕੀਰਤਨ, ਤਾਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਇਹੀ ਸਭ ਤੋਂ ਵੱਡਾ ਪੁੰਨ ਹੈ। ਸਭ ਸੈ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ। ਇਹ ਪਰਮੇਸ਼ਰ ਤੂੰ ਸਾਰਿਆਂ ਦੀ ਕਿਰਪਾਲਤਾ ਕਰਨ ਵਾਲਾ ਤੇ ਸਭ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ। ਇਹ ਪਰਮੇਸ਼ਰ ਜਿਹੜਾ ਤੇਰੀ ਸ਼ਰਨ ਵਿੱਚ ਇੱਛਾ ਧਾਰ ਕੇ ਆਉਂਦਾ ਹੈ, ਉਹ ਕੋਈ ਵੀ ਖਾਲੀ ਨਹੀਂ ਜਾਂਦਾ। ਮੈਂ ਤਾਂ ਅੱਜ ਤੱਕ ਖਾਲੀ ਮੁੜਿਆ ਜਾਂਦਾ ਵੇਖਿਆ ਹੀ ਨਹੀਂ, ਜਾਂ ਉਸ ਨੂੰ ਕੋਈ ਵੀ ਪੀੜਾ ਪੈਦਾ ਨਹੀਂ ਹੁੰਦੀ। ਪਾਵੋ ਧਰਮਰਥ ਕਾਮ ਮੋਖ ਆਦਿਕ, ਫਲਾਂ ਕਰਕੇ ਭਰਪੂਰ ਹੋ ਜਾਂਦਾ ਹੈ। ਸ਼ਲੋਕ ਮਹੱਲਾ ਪੰਜਵਾ, 10ਵਾਂ ਸ਼ਲੋਕ ਰਾਮਕਲੀ ਵਾਰ ਦਾ 5ਵੇਂ ਪਾਤਸ਼ਾਹ ਜੀ ਉਚਾਰ ਰਹੇ ਨੇ। ਦੂਜਾ ਤਿਸ ਨ ਬੁਝਾਏ ਹੋ, ਪਾਰ ਬ੍ਰਹਮ ਨਾਮ ਦੇਹੋ ਆਧਾਰ। ਹੇ ਪਾਰ ਬ੍ਰਹਮ ਪਰਮੇਸ਼ਰ, ਜਿਸ ਨੂੰ ਤੂੰ ਆਪਣੇ ਨਾਮ ਦਾ ਆਸਰਾ ਦਿੰਦਾ ਹੈ, ਉਸ ਨੂੰ ਦੂਸਰਾ ਸੁਭਾਅ ਨਹੀਂ ਬੁਝਾਉਣਾ ਕੀਤਾ, ਜਾਂ ਉਹਨੂੰ ਦਵੈਤ ਭਾਅ ਨਹੀਂ ਸਮਝਾਉਣਾ ਕੀਤਾ, ਜਾਂ ਉਹਦੇ ਅੰਦਰੋਂ ਦੂਜਾ ਸੁਭਾਅ ਤੇ ਤ੍ਰਿਸ਼ਨਾ ਬੁਝਾ ਦਿੰਦਾ ਹੈ। ਅਗਮ ਅਗੋਚਰ ਸਾਹਿਬੋ, ਸਮਰੱਥ ਸੱਚ ਦਾਤਾਰ। ਹੇ ਮਾਲਕ ਪਰਮੇਸ਼ਰ, ਤੂੰ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿਤ, ਇੰਦਰੀਆਂ ਦੇ ਅਵਿਸ਼ੇ ਹੈ। ਅਤੇ ਹੇ ਸੱਚੇ ਪਰਮੇਸ਼ਰ, ਤੂੰ ਸਰਬ ਸ਼ਕਤੀਮਾਨ ਤੇ ਧਰਮ ਅਰਥ ਕਾਮ ਮੋਖ ਆਦਿਕ ਦੀਆਂ ਦਾਤਾਂ ਦੇਣ ਵਾਲਾ ਦਾਤਾਰ ਹੈ। ਤੂੰ ਨਿਹਚਲ ਨਿਰਵੈਰ ਸੱਚ, ਸੱਚਾ ਤੂੰ ਦਰਬਾਰ। ਹੇ ਸੱਚੇ ਪਰਮੇਸ਼ਰ, ਤੂੰ ਸਦਾ ਅਚਲ ਸਰੂਪ ਅਤੇ ਵੈਰ ਤੋਂ ਰਹਿਤ ਹੋਣ ਕਰਕੇ ਸਾਰਿਆਂ ਦਾ ਆਤਮਾ ਰੂਪ ਹੈ, ਅਰ ਤੇਰਾ ਸਰੂਪ ਰੂਪੀ ਦਰਬਾਰ ਵੀ ਸੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ, ਨਿਹਚਲ ਚੌਰ ਛਤ। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਬਰੰਗਾ ਨੇਕ ਨਾ ਜਾਪਣ ਕਰਤਬਾ। ਜੀ ਅੰਦਰ ਜੀਓ ਸਭ ਕੇ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਕਰ ਭਲਾ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਨ ਮਹਤਾ ਤੇਜ ਆਪਣਾ ਆਪ ਜਨ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਹਰਿਮੰਦਰ ਸਾਹਿਬ ਦੀ ਰਾਗੀ ਸਮਾਪਤੀ ਦੇ ਪੰਕਤੀ ਜ਼ਰੂਰ ਪੜ੍ਹਦੇ ਹਾਂ। ਪੌੜੀ ਤੇਰਾ ਸਰੂਪ ਰੂਪੀ ਦਰਬਾਰ, ਪ੍ਰਤੱਖ ਦਰਬਾਰ ਸੱਚਾ ਤੇ ਵੱਡਾ ਹੈ, ਕੀਮਤ ਕਹਿ ਨਾ ਜਾਈਏ। ਤੇਰਾ ਅਕਾਲ ਤਖਤ ਰੂਪੀ ਦਰਬਾਰ ਵੱਡਾ ਹੈ, ਤੇਰਾ ਹਰਿਮੰਦਰ ਸਾਹਿਬ ਰੂਪੀ ਦਰਬਾਰ ਵੱਡਾ ਹੈ। ਆ ਜਿਹੜੇ ਦਿੱਲੀ ਦੇ ਦੁਨਿਆਵੀ ਤਖਤੇ ਤਾਂ ਝੂਠੇ ਨੇ, ਜਿੰਨਾ ਮੱਥਾ ਲਾਇਆ ਵੇਖੋ ਮੂੰਹ ਦੀ ਖਾਣੀ ਪਈ। ਸੋ ਇਹ ਪਰਮੇਸ਼ਰ, ਤੇਰੇ ਸਰੂਪ ਦੀ ਪ੍ਰਾਪਤੀ ਰੂਪ ਕੀਮਤ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕੀ। ਅੰਤ ਨ ਪਾਰਾਵਾਰ, ਅਤੇ ਪਾਰ ਉਰਾਰ ਕਰਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਖਿਆ ਰਸ ਸਾਰ। ਹੇ ਪਰਮੇਸ਼ਰ, ਤੈਨੂੰ ਛੱਡ ਕੇ ਜਿਹੜਾ ਹੋਰ ਕਿਸੇ ਦੇ ਪਾਸੋਂ ਮੰਗਣਾ ਹੈ, ਉਹ ਸਾਰੇ ਵਿਸ਼ਿਆਂ ਦੇ ਰਸ ਸਵਰੂਪ ਹਨ। ਇਸ ਲਈ ਤੇਰੇ ਪਾਸੋਂ ਹੀ ਅਸੀਂ ਮੰਗਦੇ ਹਾਂ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੂੰ ਤੈ ਪੈ ਮੰਗੋ, ਦੇਹ ਆਪਣਾ ਨਾਮ। ਇਸੇ ਤਰ੍ਹਾਂ ਪ੍ਰਭ ਛੋੜ ਹੋਰ ਜੇ ਮੰਗਣਾ, ਤੈਨੂੰ ਛੱਡ ਕੇ ਜਿਹੜੇ ਹੋਰ ਕਿਸੇ ਪਾਸੋਂ ਮੰਗਦੇ ਨੇ। ਮਹਾਰਾਜ ਦਾ ਬਚਨ ਹੈ ਕਿ ਹਰੀ ਦਾ ਨਾਮ ਛੱਡ ਕੇ ਜਿਹੜਾ ਕੁਝ ਹੋਰ ਮੰਗਣਾ ਹੈ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਵਿਖਿਆ ਰਸ ਛਾੜ। ਜਿਹੜੇ ਤੈਨੂੰ ਛੱਡ ਕੇ ਕਿਸੇ ਹੋਰ ਪਾਸੋਂ ਮੰਗਦੇ, ਉਹ ਸਾਰੇ ਮਾਇਆ ਦੇ ਰਸਾਂ ਵਿੱਚ ਹੀ ਖਾਕ ਹੋ ਗਏ, ਮਿੱਟੀ ਦੀ ਢੇਰੀ ਹੋ ਗਏ। ਸੇ ਸੁਖੀਏ ਸੱਚ ਸਾਹਸ, ਜਿਨ ਸੱਚਾ ਵਿਵਹਾਰ। ਉਹੀ ਸੁਖੀ ਨੇ, ਉਹੀ ਸੱਚੇ ਸ਼ਾਹੂਕਾਰ ਨੇ, ਜਿਨ੍ਹਾਂ ਨੇ ਤੇਰਾ ਸੱਚਾ ਨਾਮ ਜਪਣ ਦਾ ਤੇ ਹੋਰਨਾਂ ਨੂੰ ਜਪਾਉਣ ਦਾ ਵਣਜ ਵਿਵਹਾਰ ਵਪਾਰ ਕੀਤਾ ਹੈ।
सच व्यापार करहु व्यापारी, दरगह निभै खेप तुम्हारी। इसे तरह ईहा खाट चलो हर लाहा, आगे बसन सुहेला। जब नानक धूड़ मंगे तिस गुर सिखी, जो आप जपै अवरै नाम जपावै। ये व्यापार सब तो चंगा। कि नहीं बनजे आकाशी तंबा, कि नहीं लौंग सुपारी, संतो बन जिया नाम गोबिंद का, ऐसी खेप हमारी। हर के नाम के व्यापारी, हीरा हाथ चढ़िया निर्मोलक, छूट गई संसारी। सो जिन्ना लगी प्रीत प्रभ नाम, सहज सुख सार। हे परमेश्वर, जिन्हां दी नाम जपण विच प्रीति लगी हुई है, उन्हां नूं सुते सिद्ध ही श्रेष्ठ आनंद प्राप्त होया है। नानक एक आराध्य। सतगुरु महाराज साहब कथन करते हैं कि जिहड़े महात्मा जन एक परमेश्वर नूं याद करते हैं, संतन रे नाल, उन्हां संत जनां दे चरनां दी धूड़ बनना करिए। महला पंजवा। क्योंकि उन्हां दी कृपा नाल किते सानूं भी नाम याद आ जाए। संत की धूड़ मिटे अग कोट, संत कृपा ते जामन जन्म मरण छोट। संतां दी चरण धूड़ी तो करोड़ां ही पाप मिट जाते, जमन मन छुट जाता। साध कै संग नाही कशकार, दर्शन भेटत होत निहाल। इसलिए अंतरजामी पुरख विधाते, श्रद्धा मन की पूरे, नानक दास यह सुख मांगै, मोह कहो कर संतन की धूरे। महला पंजवा। पंजवें पातशाह जी फरमान करते हैं, आनंद सुख विश्राम नित, हर का कीर्तन गाए। हे गुरमुखा, तू हरि परमेश्वर का कीर्तन जस गा। जस गाने करके तैनू हमेशा वास्ते आनंद स्वरूप की प्राप्ति ते सुख दे विच तेरा टिका होवेगा। कीर्तन का मतलब की है? जस गाना। बाणी पढ़नी भी महाराज का जस है। ते जिहड़ा साजा नाल मिला के गाउणा वो तो जस है ही है। आ कथा भी महाराज दे गुण गाउणे, ये भी एक कीर्तन ही है। सो जिन्ना मर्जी इंसान दुखी होवे, थकिया होवे, नींदर ना आउंदी होवे, तुसीं गुटका साहिब फड़ के सोमनी साहिब का पाठ करो। महाराज का वो लिख के दिता होया पक्का वचन है, सुखमनी सुख अमृत प्रभ नाम, भगत जना के मन विश्राम। वो तुहाडे मन नूं विश्राम देगा, एकाग्रता होएगी, अपने आप ही तन नूं भी सुख होएगा। 8 घंटिया का बंदा थकिया टुटिया, कदी लत्तां कुटो कदी पैर कुटो, फिर भी नींदर नहीं आउंदी। ज्यादा थके नूं भी नींद नहीं आउंदी, जां सुता पिया भी सुपने की भज दौड़ दे विच तुरिया फिरदा रहिंदा, ते उठदियां सार इस तरह शरीर कष्ट मनदा जिस तरह बड़ा किसी ने कुटिया मारिया होवे। मतलब सौ के आराम करके भी असी तंदुरुस्त सुखी नहीं हैं। पर किते पते आके वेख लियो, 8 घंटिया की थकावट, ढोल आके 1 घंटा कीर्तन सुन लो, तो महाराज की कृपा नाल सारी थकावट लै जाती है। जे आप आखीए कि कीर्तन दे विच साडा समा नहीं लगता, किवें सुणीए? सचखंड हरमंदर साहिब तो वेखो लाइव कीर्तन आ रहा, तो जिन्ना चिर कीर्तन हुंदा रहिंदा अमृत वेले तो लैके रात के 10 साढ़े 10 बजे तक सारा लाइव ही हुंदा। ते महाराज ने कितनी कृपा की, साडे कोल टीवी ने, मोबाइल ने। जे अमृत वेले आपां 4-5 बजे भी उठ पईए तो नहाउंदियां धोंदियां तुरे फिरदियां किन्ना चंगा होवे जे चौंकड़ा मार के सुने। ਇਹਦਾ ਤੁਰੇ ਫਿਰਦਿਆਂ ਤਾਂ ਕੰਨਾਂ ਵਿੱਚ ਆਵਾਜ਼ ਪੈਂਦੀ ਹੋਈ ਹੈ। ਜਥੇ ਦੇ ਸਿੰਘਾਂ ਨੂੰ ਮਹਾਂਪੁਰਖ ਹੁਕਮ ਕਰਦੇ ਕਿ ਘੱਟ ਤੋਂ ਘੱਟ 6 ਛੱਕੇ ਜ਼ਰੂਰ ਆਸਾ ਦੀ ਵਾਰ ਦੇ ਸੁਣੋ, ਜੇ ਆਪਾਂ ਆਪ ਦੇ ਮਨ ਦਾ ਸੁੱਖ ਚਾਹੁੰਦੇ ਆ। ਤੋ ਇਸ ਲਈ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਕਿੰਨੀ ਕਿਰਪਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਮਹਾਂਪੁਰਖ संत ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਾਉਂਦੇ, ਰੌਲਾ ਪਾਉਂਦੇ ਹੀ ਵੇਖੋ
ਕੁਰਬਾਨੀ ਕਰ ਗਏ, ਪਰ ਆਨੰਦਪੁਰ ਦਾ ਮਤਾ ਪਾਸ ਨਹੀਂ ਹੋਇਆ। ਉਸ ਮਤੇ ਦੇ ਵਿੱਚ ਇਹ ਨਹੀਂ ਕਿ ਕੋਈ ਗਲਤ ਬਾਤ ਲਿਖੀ ਸੀਗੀ, ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਇਹ ਤਾਂ ਖਾਲਿਸਤਾਨੀਆਂ ਦਾ ਜੀ, ਇਹ ਸਾਡੇ ਹੱਕਾਂ ਵਾਸਤੇ ਸੀਗਾ। ਅੱਜ ਵੇਖੋ ਕਿਸਾਨ ਸੜਕਾਂ ਦੇ ਉੱਪਰ, ਚੌਂਕਾਂ ਦੇ ਵਿੱਚ ਖੜ ਕੇ ਧਰਨੇ ਦੇ ਰਹੇ ਨੇ, ਕਿੰਨੇ ਮਹੀਨਿਆਂ ਤੋਂ ਬੈਠੇ ਹੋਏ ਨੇ। ਕੋਈ ਟੋਲ ਪਲਾਜ਼ਾ ਨਹੀਂ ਜਿੱਥੇ ਕਿਸਾਨ ਨਾ ਬੈਠਾ ਹੋਵੇ, ਕੋਈ ਚੌਂਕ ਨਹੀਂ ਜਿੱਥੇ ਝੰਡੀ ਫੜ ਕੇ ਨਾ ਖੜਾ ਹੋਵੇ। ਦਿੱਲੀ ਤਾਂ ਬੜਾ ਮੁਜ਼ਾਹਰਾ ਹੁੰਦਾ ਹੀ ਹੁੰਦਾ। ਉਹਨਾਂ ਮਹਾਂਪੁਰਖਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ 'ਚ ਇਹ ਵੀ ਮਤਾ ਲਿਖਿਆ ਸੀਗਾ ਕਿ ਕਿਸਾਨਾਂ ਦੇ ਹੱਕ ਮਿਲਣੇ ਚਾਹੀਦੇ ਨੇ। ਪੈਲੀ ਸਾਡੀ, ਬੰਬੀ ਮੋਟਰ ਪਾਣੀ ਸਾਡਾ, ਬੀਜ ਸਾਡਾ, ਟਰੈਕਟਰ ਸਾਡਾ, ਵਾਹੀ ਅਸੀਂ ਦਿਨ ਰਾਤ ਇੱਕ ਕਰਕੇ ਬੀਜ ਬੀਜਿਆ, ਫਸਲ ਵਾੜੀ, ਗਰਮੀਆਂ ਸਰਦੀਆਂ 'ਚ ਵੱਢ ਕੇ ਤੇ ਬੜੀ ਮਿਹਨਤ ਨਾਲ ਤਿਆਰ ਕੀਤੀ, ਤੇ ਲੈਣ ਵਾਲੇ ਬਾਣੀਏ ਲਾਭ ਲੈ ਗਏ। ਦੱਸੋ ਇਹ ਕਿਹੜੀ ਕਿਤਾਬ 'ਚ ਲਿਖਿਆ ਹੋਇਆ? ਟੁੱਟੀ ਜੀ ਪਾਣੀ ਦੀ ਬੋਤਲ ਤੁਸੀਂ ਚੰਡੀਗੜ੍ਹੋਂ ਖਰੀਦੋ ਤੇ 20 ਰੁਪਈਆਂ ਤੋਂ ਘੱਟ ਨਹੀਂ ਆਉਂਦੀ, ਤੇ ਕਣਕ ਕਿਲੋ ਆਟਾ ਵੇਖੋ ਕਿੰਨੇ ਦਾ ਹੈ। 1 ਲੀਟਰ ਬੋਤਲ 20 ਰੁਪਈਆਂ ਦੀ ਤੁਸੀਂ ਲਓਗੇ, ਕਿਲੋ ਆਟਾ ਕਿੰਨੇ ਕੁ ਦਾ ਕੀ ਬਣਦਾ ਦੱਸੋ? ਕਿਸਾਨ ਨੂੰ ਤਾਂ ਉਹ ਵੀ ਪੈਸੇ ਨਹੀਂ ਮਿਲਦੇ। ਤੇ ਇਸ ਵਾਸਤੇ ਮਹਾਂਪੁਰਖਾਂ ਨੇ ਕਿਸਾਨਾਂ ਦੇ ਹੱਕਾਂ ਬਾਬਤ ਇਹ ਡਿਮਾਂਡ ਰੱਖੀ ਸੀਗੀ। ਤੇ ਆ ਮੇਰਾ ਪ੍ਰਕਰਨ ਕੀਰਤਨ ਦਾ ਚੱਲ ਰਿਹਾ। ਉਹਨਾਂ ਮਹਾਂਪੁਰਖਾਂ ਨੇ ਇਹ ਵੀ ਮਤੇ ਵਿੱਚ ਲਿਖਿਆ ਕਿ ਸੱਚਖੰਡ ਹਰਿਮੰਦਰ ਸਾਹਿਬ ਤੋਂ ਬਹੁਤਾ ਨਹੀਂ ਤੇ ਘੰਟਾ ਸਵੇਰੇ ਤੇ ਘੰਟਾ ਸ਼ਾਮ ਕੀਰਤਨ ਹੋਣਾ ਚਾਹੀਦਾ, ਪਰ ਉਹਨਾਂ ਦੇ ਹੁੰਦਿਆਂ ਸ਼ੁਰੂ ਨਹੀਂ ਹੋਇਆ। ਉਹਨਾਂ ਤੋਂ ਬਾਅਦ ਵੇਖੋ ਹੁਣ ਕਿੰਨੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੇ ਜੇ ਆਪਾਂ ਫਿਰ ਵੀ ਬਹਾਨੇਬਾਜ਼ੀ ਕਰੀਏ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਲੱਗਦਾ ਜੀ, ਇਹ ਤਾਂ ਸਾਡੇ ਬਹਾਨੇ ਨੇ। ਕਿੰਨੀ ਵਾਹਿਗੁਰੂ ਦੀ ਕਿਰਪਾ ਹੈ, ਆਪਦੇ ਘਰ ਬੈਠਿਆਂ ਆਪਾਂ ਸਾਇੰਸ ਦੇ ਸਾਧਨਾਂ ਤੋਂ ਸੁੱਖ ਲੈ ਸਕਦੇ ਹਾਂ, ਕੀਰਤਨ ਸੁਣ ਸਕਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ। ਜੇ ਤੂੰ ਹਰੀ ਦਾ ਕੀਰਤਨ ਗਾਏਗਾ ਜਾਂ ਸੁਣੇਗਾ। ਆ ਰਾਗੀ ਸਿੰਘ ਅਸੀਂ ਕਾਹਦੇ ਲਈ ਰੱਖੇ ਨੇ? ਇਹਨਾਂ ਨੂੰ ਤਾਂ ਕੀਰਤਨ ਆਉਂਦਾ ਹੀ ਆ। ਸਾਨੂੰ ਪਾਠ ਕਥਾ ਕੀਰਤਨ ਅਸੀਂ ਤਾਂ ਏਡੀ ਦੂਰੋਂ ਤੁਹਾਨੂੰ ਹੀ ਸੁਣਾਉਣ ਆਏ ਆ ਭਾਈ। ਕਿੰਨੀਆਂ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਤੇ ਗੁਰਦੁਆਰੇ ਖਾਲੀ ਨੇ, ਕੋਈ ਨਿਤਨੇਮ ਨਹੀਂ ਸੁਣਦਾ, ਕੋਈ ਕਥਾ ਕੀਰਤਨ 'ਚ ਹਾਜ਼ਰੀ ਨਹੀਂ ਭਰਦਾ। ਇੱਥੇ ਤਾਂ ਮਹਾਰਾਜ ਦੀ ਕਿਰਪਾ। ਪਰ ਆਮ ਸ਼ਹਿਰਾਂ 'ਚ ਪਿੰਡਾਂ ਦੇ ਵਿੱਚ ਵੇਖਣ ਵਿੱਚ ਆਉਂਦਾ ਕਿ ਕਰੋੜਾਂ ਰੁਪਈਆ ਪ੍ਰਬੰਧਕ ਗੁਰਦੁਆਰੇ ਦੇ ਸੰਗਤਾਂ ਲਾ ਕੇ ਤਿਆਰੀ ਤਾਂ ਕਰ ਦਿੰਦੀਆਂ, ਬਾਬੇ ਵੀ ਰੱਖ ਲੈਂਦੀਆਂ, ਪਰ ਸੁਣਨ ਵਾਲਾ ਕੋਈ ਨਹੀਂ ਹੈ। ਗੁਰਦੁਆਰੇ ਖਾਲੀ ਨੇ, ਨਿਆਣੇ ਸਾਡੇ ਲਾਇਕ ਹੀ ਨਹੀਂ ਕਰਦੇ। ਇਹ ਦੱਸੋ ਕੀ ਲਾਭ ਹੋਇਆ? ਕਰਨ ਵਾਲਿਆਂ ਨੂੰ ਤਾਂ ਆਉਂਦਾ ਹੀ ਆ। ਤਾਂ ਮਹਾਰਾਜ ਕਹਿੰਦੇ ਕਿ ਜੇ ਸਾਨੂੰ ਗਾਉਣਾ ਨਹੀਂ ਆਉਂਦਾ ਤਾਂ ਬੈਠ ਕੇ ਸੁਣ ਸਕਦੇ ਹਾਂ। ਮਹਾਂਪੁਰਖ ਬਾਬਾ ਠਾਕੁਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਬਚਨ ਮੈਨੂੰ ਯਾਦ ਹੈ ਕਿ ਇੱਕ ਵਾਰ ਗੁਰਦੁਆਰਾ ਵਾਹਿਗੁਰੂ ਜੋ ਗੁਰਦੁਆਰਾ ਸ੍ਰੀ ਨਾਨਕ ਝੀਰਾ ਬਿਦਰ ਸਾਹਿਬ ਹੈ ਕਰਨਾਟਕਾ ਦੇ ਵਿੱਚ, ਬਿਦਰ ਸ਼ਹਿਰ ਦੇ ਵਿੱਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਹੈ। ਮਹਾਂਪੁਰਖ ਬਜ਼ੁਰਗ ਅਵਸਥਾ 'ਚ 90-95 ਸਾਲ ਦੀ ਉਮਰ 'ਚ 2.5-3 ਘੰਟੇ ਦਾ ਉਹ ਰਸਤਾ ਤੇ 4 ਘੰਟਿਆਂ 'ਚ ਹੌਲੀ ਹੌਲੀ ਕਰਕੇ ਤੈਅ ਕਰਕੇ ਗਏ। ਗੁਰਦੁਆਰਾ ਸਾਹਿਬ ਰਾਤ ਰਹੇ, ਅਗਲੇ ਦਿਨ ਉੱਥੋਂ ਪ੍ਰਬੰਧਕਾਂ ਵਿਦਾ ਕੀਤਾ ਤੇ ਗੁਰਦੁਆਰਾ ਵਾਹਿਗੁਰੂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ ਸਿਵਲ ਦੇ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਵਗੈਰਾ ਅੰਮ੍ਰਿਤਧਾਰੀ ਗੁਰਸਿੱਖ, ਕੋਈ ਦਿੱਲੀ ਦਾ ਤੇ ਕੋਈ ਕਿਸੇ ਸ਼ਹਿਰ ਦਾ, ਉਹ ਇਕੱਠੇ ਹੋ ਕੇ ਮਹਾਂਪੁਰਖਾਂ ਨੂੰ ਕਹਿੰਦੇ ਸਾਡੇ ਕਾਲਜ ਚਰਨ ਪਾਓ ਜੀ। ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਹੈ। ਮੈਂ ਪੌੜੀਆਂ ਗਿਣੀਆਂ, 550 ਪੌੜੀਆਂ ਸਨ, 550। ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਨੀਚੇ ਗਰਾਊਂਡ ਫਲੋਰ ਤੇ ਹੀ ਰਹੋ ਤੇ ਸ਼ਾਮਾਂ ਨੂੰ ਜਦ ਦੀਵਾਨ ਸਜਾਉਣਾ ਹੋਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਸੀਂ ਹੇਠਾਂ ਲੈ ਕੇ ਤੰਬੂ ਲਾ ਕੇ ਪ੍ਰਕਾਸ਼ ਕਰਕੇ ਇੱਥੇ ਹੀ ਕਥਾ ਕੀਰਤਨ ਕਰ ਦਿਆਂਗੇ। ਮਹਾਂਪੁਰਖ ਕਹਿੰਦੇ ਨਹੀਂ ਭਾਈ, ਜਿੱਥੇ ਗੁਰਦੁਆਰਾ ਸਭ ਤੋਂ ਉੱਪਰਲੀ ਮੰਜ਼ਿਲ ਤੇ ਗੁਰਦੁਆਰਾ ਸੀਗਾ, ਉਹਨਾਂ ਸਿੰਘਾਂ ਨੇ ਇੱਕ ਕਮਰੇ 'ਚ ਮਹਾਰਾਜ ਦਾ ਪ੍ਰਕਾਸ਼ ਕੀਤਾ, 2 ਕਮਰਿਆਂ ਦਾ ਇੱਕ ਕਮਰਾ ਬਣਾ ਕੇ।
ਮੈਨੂੰ ਵੀ ਕਈ ਵਾਰ ਉੱਥੇ ਲਿਜਾਂਦੇ ਰਹੇ ਸਾਲ 6 ਮਹੀਨੇ ਬਾਅਦ। ਔਰ ਮੈਸ 'ਚੋਂ ਆਪਾਂ ਖਾਂਦੇ ਨਹੀਂ ਸੀ, ਆਪ ਹੱਥੀਂ ਰੋਟੀ ਪਕਾ ਕੇ ਛਕਾਉਂਦੇ ਰਹੇ ਨੇ। ਪਿਆਰ ਵਾਲੇ ਗੁਰਮੁਖ ਸੀਗੇ। ਕਹਿੰਦੇ ਭਾਈ ਮੈਂ ਤਾਂ ਉੱਪਰ ਜਾਣਾ। ਮੈਂ ਕਿਹਾ ਬਾਬਾ ਜੀ ਲਿਫਟ ਨਹੀਂ ਹੈ, ਤੁਸੀਂ ਚੜੋਗੇ ਕਿਵੇਂ? ਕਹਿੰਦੇ ਲੈ ਮੈਨੂੰ ਕੀ ਹੋਇਆ, ਤੂੰ ਬਾਣੀ ਸੁਣਾ। ਮੈਂ ਬਾਣੀ ਸੁਣਾਉਂਦਾ ਰਿਹਾ, ਚੌਪਈ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ ਸੁਣਦੇ ਸੁਣਦੇ। ਕਹਿੰਦੇ ਆਪਾਂ ਹੌਲੀ ਹੌਲੀ ਸਾਹ ਲੈ ਕੇ ਚੜ੍ਹ ਜਾਵਾਂਗੇ। ਉਹ 10 ਪੌੜੀਆਂ ਦੇ ਬਾਅਦ ਵੱਡਾ ਸਟੈਪ ਆਉਂਦਾ, ਉੱਥੇ ਥੋੜ੍ਹਾ ਜਿਹਾ ਘੁੰਮ ਫਿਰ ਕੇ ਸਾਹ ਲੈ ਲੈਂਦੇ, ਫਿਰ ਉੱਪਰ ਨੂੰ ਚੜ੍ਹ ਜਾਂਦੇ। ਇਹ ਉਹ ਘੰਟੇ ਕੁ ਦੇ ਵਿੱਚ ਉੱਪਰ ਨੂੰ ਚੜ੍ਹ ਗਏ। ਕਹਿੰਦੇ ਭਾਈ ਹੁਣ ਕੀਰਤਨ ਸੁਣਾਓ। ਮੈਨੂੰ ਯਾਦ ਹੈ ਮੈਂ ਤਾਂ ਮਹਾਂਪੁਰਖਾਂ ਦੇ ਮੂੰਹ ਵੱਲ ਵੇਖਾਂ ਕਿ ਕੀਰਤਨ ਬੰਦ ਹੋਵੇ। ਰਾਗੀ ਮੇਰੇ ਮੂੰਹ ਵੱਲ ਵੇਖਣ ਵੀ ਹਾਂਜੀ ਦੱਸੋ ਗਿਆਨੀ ਜੀ। ਘੰਟਾ ਕੀਰਤਨ ਹੋ ਗਿਆ, 2 ਘੰਟੇ ਹੋ ਗਿਆ, ਕਹਿਣ ਸੁਣਾਈ ਜਾਓ ਜੀ ਸੁਣਾਈ ਜਾਓ। ਲਗਾਤਾਰ 4-5 ਘੰਟੇ ਮਹਾਂਪੁਰਖਾ ਕੀਰਤਨ ਸੁਣਿਆ, ਕਥਾ ਹੋਣ ਹੀ ਨਹੀਂ ਦਿੱਤੀ। ਆਖਿਆ ਕੀਰਤਨ ਜੀ ਬੜਾ ਆਨੰਦ ਹੈ। ਫਿਰ ਕੀਰਤਨ ਸੁਣ ਕੇ ਬਾਹਰ ਆਏ, ਕਹਿਣ ਲੱਗੇ ਗੁਰਮੁਖੋ ਤੁਹਾਨੂੰ ਪਤਾ ਕਿ ਮੇਰੀ ਸਾਰੀ ਕੱਲ ਦੀ ਥਕਾਵਟ ਤੇ ਅੱਜ ਪੌੜੀਆਂ ਚੜ੍ਹ ਕੇ ਆਉਣ ਦੀ ਸਾਰੀ ਥਕਾਵਟ ਕੀਰਤਨ ਸੁਣਨਾ ਰਹਿ ਗਈ। ਮੇਰੀ ਤਸੱਲੀ ਹੋ ਗਈ। ਅਸੀਂ ਆਖਿਆ ਧੰਨ ਨੇ ਮਹਾਂਪੁਰਖ ਤੇ ਧੰਨ ਗੁਰੂ ਦੀ ਬਾਣੀ। ਸੋ ਇਸ ਵਾਸਤੇ ਪਾਤਸ਼ਾਹ ਜੀ ਦਾ ਬਚਨ ਹੈ, ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਇੱਕ ਵਾਰ ਮਹਿਤਾ ਸਾਹਿਬ ਮਹਾਂਪੁਰਖਾਂ ਦਾ ਸੁਭਾਅ ਸੀਗਾ, ਕੈਨੇਡਾ, ਅਮਰੀਕਾ, ਇੰਗਲੈਂਡ ਜਿੱਥੇ ਵੀ ਹੋਣਾ, ਕਹਿਣਾ ਟੀਵੀ ਲੈ ਕੇ ਆਓ। ਕਾਹਤੋਂ? ਕਿਉਂਕਿ ਅੰਮ੍ਰਿਤ ਵੇਲੇ 4 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਣਾ, ਆਪਾਂ ਕੀਰਤਨ ਸੁਣਨਾ। ਮਹਿਤਾ ਸਾਹਿਬ ਦੀ ਗੱਲ ਹੈ ਕਿ ਇਹਦੇ ਟੀਵੀ ਲਾਓ ਭਾਈ। ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਾ ਰਹੇ ਸੀ ਹਰਿਮੰਦਰ ਸਾਹਿਬ ਤੋਂ ਬਨਾਰਸ ਵਾਲੇ ਰਾਗੀ ਸਿੰਘ, ਜਿਹੜੇ ਰਾਗ ਵਿਦਿਆ ਵਿੱਚ ਬੜੇ ਮਾਹਰ, ਔਰ ਉਹਨਾਂ ਦਾ ਮੈਂ ਰਿਕਾਰਡ ਵੇਖਿਆ। ਭਾਵੇਂ ਉਹਨਾਂ ਦੀ ਕਿਸੇ ਸਮੇਂ ਵੀ ਡਿਊਟੀ ਹੋਵੇ, ਜਿਹੜਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਆਇਆ, ਉਹਦਾ ਕੀਰਤਨ ਉਹਨਾਂ ਲਾਜ਼ਮੀ ਕਰਨਾ ਹੀ ਕਰਨਾ, ਕਿਹੜੇ ਟਾਈਮ ਮਰਜੀ। ਔਰ ਪਹਿਲੇ ਦਫਾ ਹੀ ਪਹਿਲਾ ਹੀ ਸ਼ਬਦ ਉਹ ਹੁਕਮਨਾਮੇ ਦਾ ਕੀਰਤਨ ਕਰਦੇ। ਹੁਕਮਨਾਮਾ ਤੁਰੰਤ ਸੁਣਦਿਆਂ ਬਾਅਦ ਆਸਾ ਦੀ ਵਾਰ ਦੇ ਵਿੱਚ ਵੀ ਉਹਦਾ ਕੀਰਤਨ ਕਰਦੇ। ਔਰ ਉਹਨਾਂ ਪੂਰੇ ਵਜ ਦੇ ਵਿੱਚ 1.5-2 ਘੰਟੇ ਤਾਂ ਲੱਗ ਹੀ ਜਾਂਦੇ ਆਸਾ ਦੀ ਵਾਰ ਗਾਉਂਦੇ ਆ। 4 ਵਜੇ ਤੋਂ ਲੈ ਕੇ 6 ਵਜੇ ਤੱਕ, ਅੱਜ ਕੱਲ੍ਹ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਸਮਾਂ ਹੁੰਦਾ। ਜਦ ਆਸਾ ਦੀ ਵਾਰ ਦਾ ਭੋਗ ਪਿਆ ਤਾਂ ਮਹਾਂਪੁਰਖ ਕਹਿਣ ਲੱਗੇ ਵੀ ਕਿਹੜੇ ਰਾਗੀ ਸਿੰਘ ਸੀਗੇ? ਆਪਾਂ ਕਿਹਾ ਜੀ ਭਾਈ ਨਰਿੰਦਰ ਸਿੰਘ ਜੀ ਬਨਾਰਸ ਵਾਲੇ। ਕਹਿੰਦਾ ਫੜੋ ਬਦਾਮ ਤੇ ਫੜੋ ਕਾਜੂ, ਦੇਸੀ ਘਿਓ, ਆ ਫਲ ਫਰੂਟ ਆ ਰੁਪਈਏ ਲੈ ਜਾਓ ਤੇ ਰਾਗੀ ਸਿੰਘਾਂ ਨੂੰ ਜਾ ਕੇ ਭੇਟਾ ਕਰਕੇ ਆਓ, ਉਹਨਾਂ ਦਾ ਘਰ ਲੱਭ ਕੇ ਆਖੋ ਵੀ ਆ ਦੇਸੀ ਘਿਓ ਨਾਲ ਪ੍ਰਸ਼ਾਦਾ ਛਕੋ ਭਾਈ, ਤੇ ਬਦਾਮ ਗਿਰੀਆਂ ਖਾਓ, ਤੁਹਾਡੇ ਤੇ ਮਹਾਰਾਜ ਦੀ ਬੜੀ ਕਿਰਪਾ, ਤੁਸੀਂ ਬਹੁਤ ਉੱਚੀ ਸੁਰ ਦੇ ਵਿੱਚ ਕੀਰਤਨ ਗਾਇਆ। ਇੰਜ ਮਹਾਂਪੁਰਖਾਂ ਦਾ ਕੀਰਤਨ ਨਾਲ ਪਿਆਰ ਸੀਗਾ। ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਅਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ, ਅਵਰ ਸਿਆਣ ਵਿਛਾੜ ਦੇ ਨਾਨਕ ਉਦਰਸ ਨਾਏ। ਇਸ ਲਈ ਹੈ ਜੀਵ ਤੂੰ ਕਥਾ ਕੀਰਤਨ ਪਾਠ ਪੂਜਾ ਦੇ ਵਿੱਚ ਹੀ ਲਗਾ ਰਹੋ, ਆਪਦੀ ਬੁੱਧੀ ਦੀਆਂ ਹੋਰ ਚਤੁਰਾਈਆਂ ਨੂੰ ਛੱਡ ਦੇ। ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ, ਇਹ ਕਿਸੇ ਕੰਮ ਨਹੀਂ ਆਉਣੀਆਂ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਕਿਉਂਕਿ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਤੂੰ ਸੰਸਾਰ ਸਮੁੰਦਰ ਤੋਂ ਉਧਰ ਜਾਵੇਂਗਾ। ਪੌੜੀ ਪੰਜਵੇਂ ਪਾਤਸ਼ਾਹ ਜੀ ਉਚਾਰ ਰਹੇ ਹਨ, ਨਾ ਤੂੰ ਆਵਹਿ ਵਸ ਬਹੁਤ ਗਿਣਾਵਣੇ। ਇਹ ਪਰਮੇਸ਼ਰ ਬਹੁਤੀਆਂ ਲੇਲੜੀਆਂ ਕੱਢਣ ਕਰਕੇ, ਭਾਵ ਮਿੰਨਤਾਂ ਕਰਨੇ ਕਰਕੇ ਤੂੰ ਕਿਸੇ ਦੀ ਅਧੀਨਗੀ ਵਿੱਚ ਨਹੀਂ ਆਉਂਦਾ। ਨਾ ਤੂੰ ਆਵਹਿ ਵਸ ਵੇਦ ਪੜ੍ਹਾਵਣ, 4 ਵੇਦ ਪੜ੍ਹਨ ਦੇ ਪੜ੍ਹਾਉਣ ਕਰਕੇ ਵੀ ਤੂੰ ਕਿਸੇ ਦੇ ਵਸ ਨਹੀਂ ਆਉਂਦਾ। ਨਾ ਤੂੰ ਆਵਹਿ ਵਸ ਤੀਰਥ ਨਹਾਈਐ, 68 ਤੀਰਥਾਂ ਦੇ ਇਸ਼ਨਾਨ ਕਰਨੇ ਕਰਕੇ ਵੀ ਤੂੰ ਕਿਸੇ ਦੇ ਅਧੀਨ ਨਹੀਂ ਆਉਂਦਾ। ਨਾ ਤੂੰ ਵਸ ਧਰਤੀ ਧਾਈਐ, ਧਰਤੀ ਤੇ ਦੌੜਨੇ ਕਰਕੇ ਵੀ ਤੂੰ ਕਿਸੇ ਦੇ ਅਧੀਨ ਨਹੀਂ ਆਉਂਦਾ। ਨਾ ਤੂੰ ਆਵੈ ਵਸ ਕਿਤੇ ਸਿਆਣਪੈ,
ਕਿਸੇ ਪਾਸੋਂ ਵਿਵਹਾਰਾਂ ਸ਼ਾਸਤਰਾਂ ਗਿਆਨ ਆਦਿਕ ਦੀਆਂ ਚਲਾਕੀਆਂ ਸਿੱਖਣੇ ਕਰਕੇ ਵੀ ਤੂੰ ਕਿਸੇ ਦੇ ਅਧੀਨ ਨਹੀਂ ਆਉਂਦਾ। ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਬੇਅੰਤ ਦਾਨ ਦੇਣੇ ਕਰਕੇ ਵੀ ਤੂੰ ਕਿਸੇ ਦੇ ਅਧੀਨਗੀ ਵਿੱਚ ਨਹੀਂ ਆਉਂਦਾ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਇਹ ਮਨ ਦੀ ਗਮਤਾ ਤੋਂ ਪਰੇ ਔਰ ਇੰਦਰੀਆਂ ਦੀ ਅਵਿਸ਼ੇ ਪਰਮੇਸ਼ਰ ਹਰ ਕੋਈ ਤੇਰੇ ਅਧੀਨ ਹੈ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਇਹ ਪਰਮੇਸ਼ਰ ਤੂੰ ਪ੍ਰੇਮ ਕਰਨੇ ਕਰਕੇ ਭਗਤਾਂ ਦੇ ਅਧੀਨ ਅਤ ਭਗਤਾਂ ਨੂੰ ਤੇਰਾ ਤਾਣ ਬਲ ਹੈ। ਭਾਵ ਭਗਤ ਜਨ ਤੇਰੇ ਜ਼ੋਰ ਦੇ ਆਸਰੇ ਹੀ ਭਗਤੀ ਕਰਦੇ ਨੇ। ਇਸੇ ਪੌੜੀ ਦੇ ਮਨ ਪਰਦਾਏ ਅਰਥ ਇੰਜ ਵੀ ਲਗਾਉਂਦੇ ਨੇ ਗਿਆਨੀ ਸਿੰਘ, ਪਿਆਰ ਨਾਲ ਸੁਣੋ। ਨਾ ਤੂੰ ਆਵਹਿ ਵਸ ਬਹੁਤ ਘਿਣਾਵਣੇ, ਇਹ ਮੇਰਿਆ ਮਨ ਜਿਹੜੇ ਬਹੁਤ ਘਿਣਾਵਣ ਭਾਵ ਵਿਖਾਵੇ ਮਾਤਰ ਗਰੀਬੀ ਦੀਆਂ ਗੱਲਾਂ ਉਚਾਰਦੇ ਨੇ, ਉਹਨਾਂ ਦੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ ਹੈ। ਉੱਪਰੋਂ ਕੁਛ ਹੋਰ ਅੰਦਰੋਂ ਕੁਛ ਹੋਰ। ਇੱਕ ਟਕਸਾਲ ਦੇ ਮਹਾਂਪੁਰਖੀ ਮੈਂ ਐਸੇ ਤੱਕੇ ਨੇ ਜਿਨ੍ਹਾਂ ਦਾ ਅੰਦਰੋਂ ਬਾਹਰੋਂ ਜੀਵਨ ਇੱਕੋ ਜਿਹਾ, ਜੋ ਦਿਨੇ ਉਹੀ ਰਾਤ ਨੂੰ। 5-7 ਸਿੰਘ ਅਸੀਂ ਰੋਜ਼ ਰਾਤ ਨੂੰ ਮਹਾਂਪੁਰਖਾਂ ਦੇ ਕੋਲ ਪਹਿਰਾ ਦਿੰਦੇ, ਕੋਈ ਮੰਜੇ ਹੇਠ, ਕੋਈ ਸੱਜੇ, ਕੋਈ ਖੱਬੇ। ਜਿਵੇਂ ਦਿਨੇ ਬਾਣੀ ਸੁਣਦੇ ਰਹਿਣਾ, ਉਸੇ ਤਰ੍ਹਾਂ ਰਾਤ ਨੂੰ ਵੀ ਕਹਿਣਾ ਮੇਰੇ ਕੰਨ ਕੋਲ ਬਾਣੀ ਦਾ ਪਾਠ ਕਰੋ। ਜੇ ਮੇਰੇ ਵਰਗੇ ਨੇ ਹੌਲੀ ਬੋਲਣ ਲੱਗ ਪੈਣਾ, ਕਹਿਣਾ ਤੂੰ ਤਾਂ ਆਪਦਾ ਹੀ ਕਰਨ ਲੱਗ ਪਿਆ ਨਿਤਨੇਮ, ਮੈਨੂੰ ਤਾਂ ਬਾਣੀ ਸੁਣੀ ਨਹੀਂ ਰਹੀ, ਮੇਰੇ ਕੰਨ ਦੇ ਕੋਲ ਪੜ੍ਹ। ਸੁੱਤੇ ਪਏ ਬੰਦੇ ਦੇ ਕੰਨ ਦੇ ਵਿੱਚ ਕੋਈ ਬੋਲੇ, ਉਹ ਕਿੰਨਾ ਬੁਰਾ ਮਨਾਏਗਾ। ਪਰ ਧੰਨ ਮਹਾਂਪੁਰਖ ਉਹਨਾਂ ਦਾ ਬਾਣੀ ਨਾਲ ਕੈਸਾ ਪਿਆਰ ਸੀਗਾ। ਸੋ ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਵੀ ਜੋ ਕਹਿੰਦੇ ਸੀ ਉਹੀ ਕੁਛ ਕਰਦੇ ਸਨ। ਤੇ ਕਹਿੰਦੇ ਵੀ ਸਾਡੀ CID ਤਾਂ ਉਹ ਕਰੇ ਜੇ ਅਸੀਂ ਬਾਹਰ ਕੁਛ ਹੋ ਰੱਖੀ, ਅੰਦਰ ਕੁਛ ਹੋ ਰਹੀ ਹੈ। ਅਸੀਂ ਤਾਂ ਬਿਲਕੁਲ ਸਪਸ਼ਟ ਗੱਲ ਕਰਦੇ ਹਾਂ, ਸੱਚੀ ਗੱਲ। ਉਹਨਾਂ ਦਾ ਮਨ ਵੀ ਬੜੀ ਚੜ੍ਹਦੀ ਕਲਾ ਵਾਲਾ, ਕਾਬੂ ਵਿੱਚ ਸੀ। ਇੱਕ ਸਿੱਖ ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ ਔਰ ਹਮੇਸ਼ਾ ਹੀ ਉੱਚਾ ਸੁੱਚਾ ਰਹਿਤ ਵਾਲਾ, ਚੜ੍ਹਦੀ ਕਲਾ ਵਾਲਾ ਉਹਨਾਂ ਦਾ ਜੀਵਨ ਸੀਗਾ। ਇਹ ਮੇਰਿਆ ਮਨਾ ਜਿਹੜੇ ਕੇਵਲ ਵਿਖਾਵੇ ਮਾਤਰ ਗਰੀਬੀ ਦੀਆਂ ਗੱਲਾਂ ਉਚਾਰਦੇ ਨੇ, ਦਿਲ ਕਾਤੀ ਗੁੜਵਾਦ, ਦਿਲ ਦੇ ਵਿੱਚ ਤਾਂ ਛੁਰੀ ਹੈ ਤੇ ਮੁੱਖੋਂ ਮਿੱਠੀਆਂ ਗੁੜ ਵਰਗੀਆਂ ਗੱਲਾਂ ਕਰਦੇ ਨੇ। ਜੀਵਨ ਉਹਨਾਂ ਦਾ ਹੈ ਕੋਈ ਨਹੀਂ। ਵੇਖੋ ਨੂੰ ਤਾਂ ਸੋਹਣੇ ਸਰਦਾਰ ਨੇ, ਚਿੱਟੀਆਂ ਪੱਗਾਂ, ਚਿੱਟੇ ਦਾੜੇ, ਸਰਦਾਰਾਂ ਦੇ ਘਰ ਦਾ ਜਨਮ, ਤੇ ਪਰ ਕੰਮ ਪਖੰਡ ਵਾਲੇ, ਆਪਦੇ ਆਪ ਨੂੰ ਗੁਰੂ ਅਖਵਾਉਣਾ। ਤੇ ਇਸ ਲਈ ਮਹਾਰਾਜ ਕਹਿੰਦੇ ਨਾ ਤੂੰ ਆਵੈ ਬਸ ਵੇਦ ਪੜ੍ਹਾਵਣੇ, ਜਿਹੜੇ ਵੇਦਾਂ ਸ਼ਾਸਤਰਾਂ ਨੂੰ ਆਪ ਪੜ੍ਹਦੇ ਅਤੇ ਹੋਰਨਾਂ ਨੂੰ ਪੜ੍ਹਾਉਂਦੇ ਨੇ, ਉਹਨਾਂ ਦੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਾਚਮੁਆ, ਚਾਰੋ ਬੇਦੋ ਮਾਹੇ। ਨਾ ਤੂੰ ਆਵੈ ਵਸ ਤੀਰਥ ਨਹਾਈਐ, ਜਿਹੜੇ ਤੀਰਥ ਯਾਤਰੂ ਬਣ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਫਿਰਦੇ ਨੇ, ਉਹਨਾਂ ਦੇ ਵੀ ਤੂੰ ਵਸ ਨਹੀਂ ਆਉਂਦਾ। ਨਾ ਤੂੰ ਆਵੈ ਵਸ ਧਰਤੀ ਧਾਈਐ, ਜਿਹੜੇ ਧਰਤੀ ਤੇ ਦੌੜਦੇ ਫਿਰਦੇ ਨੇ, ਉਹਨਾਂ ਦੇ ਵੀ ਹੇ ਵਾਹਿਗੁਰੂ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਜਿਹੜੇ ਕਿਸੇ ਤੋਂ ਵਿਵਹਾਰਕ ਅਤੇ ਸ਼ਾਸਤਰ ਗਿਆਨ ਦੀਆਂ ਸਿਆਣਪਾਂ ਸਿੱਖਣਾ ਕਰਦੇ ਨੇ, ਉਹਨਾਂ ਦੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਜਿਹੜੇ ਦਾਨੀ ਬਣ ਕੇ ਬਹੁਤਾ ਦਾਨ ਦਿੰਦੇ ਨੇ, ਉਹਨਾਂ ਦੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਫਿਰ ਤੂੰ ਮਹਾਰਾਜ ਵਸ ਕਿੰਨਾ ਦੇਵੇ? ਕਹਿੰਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ, ਇਹ ਮਨਾ ਸਭ ਕੁਝ ਤੇਰੇ ਵਸ ਹੈ, ਪਰ ਕੇਵਲ ਅਗਮ ਅਗੋਚਰ ਪਰਮੇਸ਼ਰ ਤੇਰੀ ਗਮਤਾ ਤੋਂ ਪਰੇ ਹੈ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਇਹ ਮਨਾ ਤੂੰ ਕੇਵਲ ਬੰਦਗੀ ਕਰਨ ਵਾਲੇ ਭਗਤਾਂ ਦੇ ਵਸ ਹੈ, ਕਿਉਂਕਿ ਭਗਤ ਜਨਾਂ ਨੇ ਦੈਵੀ ਸੰਪਦਾ ਨੂੰ ਧਾਰਨ ਕਰਕੇ ਤੇਰੇ ਵਿੱਚੋਂ ਆਸੁਰੀ ਸੰਪਦਾ ਦਾ ਬਲ ਖਤਮ ਕਰ ਦਿੱਤਾ ਹੈ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 11ਵਾਂ ਸ਼ਲੋਕ ਉਚਾਰ ਰਹੇ ਨੇ।
आपे वैद आप नारायण। नारायण परमेश्वर आपे आप ही हौमे अज्ञान के रोग नूं मिटण वाला गुरु रूप वैद है। या आप ही हौमे के रोग नूं मिटण वाला गुरु रूप वैद है ਅਤੇ ਆਪ ਹੀ ਪਰਮੇਸ਼ਰ ਸਭ ਦੇ ਹਿਰਦੇ ਰੂਪ ਘਰ ਦੇ ਵਿੱਚ ਵਿਆਪਕ ਹੈ। ਇਹ ਵੈਦ ਜੀਅ ਕਾ ਦੁਖ ਲਾਇਣ। ਜਿਹੜੇ ਦੁਨੀਆ ਦੇ ਵੈਦ ਨੇ ਇਹ ਤਾਂ ਵੈਦ ਜੀਵ ਨੂੰ ਹੰਗਤਾ ਦਾ ਦੁੱਖ ਲਾਉਣਾ ਚੰਬੇੜਨਾ ਜਾਣਦੇ ਨੇ, ਪਾਪ ਭਰਮ ਦੇ ਵਿੱਚ ਪਾਉਣਾ ਜਾਣਦੇ ਨੇ। ਪਰ ਜੇ ਉਹ ਗੁਰੂ ਰੂਪੀ ਵੈਦ ਨੇ ਉਹ ਜੀਵਾਂ ਦਾ ਜੰਮਣ ਮਰਨ ਰੂਪੀ ਦੁੱਖ ਲਾ ਦਿੰਦੇ ਨੇ, ਪਾਪ ਮਿਟਣਾ ਕਰਦੇ ਨੇ। ਸੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਗੁਰੂ ਗੋਬਿੰਦ ਹੀ ਵੈਦ ਹੈ ਜਿਹੜਾ ਹਰੀ ਨਾਮ ਦੀ ਔਸ਼ਧੀ ਮੇਰੇ ਅੰਤःਕਰਨ ਰੂਪੀ ਮੁਖ ਵਿੱਚ ਪਾ ਕੇ ਜਮਾਂ ਦੀ ਫਾਹੀ ਨੂੰ ਗਲ ਵਿੱਚੋਂ ਕੱਢ ਦਿੰਦਾ। ਆ ਜਿਹੜੇ ਡਾਕਟਰ ਨੇ ਇਹਨਾਂ ਤੋਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਵਿਸ਼ਵਾਸ ਹੀ ਉੱਡ ਗਿਆ। ਘਰ ਤਾਂ ਬੰਦਾ ਭਾਵੇਂ 4 ਦਿਨ ਜ਼ਿੰਦਗੀ ਜੂ ਲੈ, ਹੌਸਪੀਟਲ ਸਗੋਂ ਬਚਣਾ ਚਾਹੀਦਾ, ਉੱਥੇ ਜਾ ਕੇ ਮਰੀ ਜਾ ਰਹੇ ਨੇ। ਪਤਾ ਨਹੀਂ ਕਿਹੋ ਜਿਹਾ ਟੀਕਾ ਲਾਉਂਦੇ ਨੇ। ਜੀਆਂ ਦੇ ਵੈਰੀ ਬਣੇ ਹੋਏ ਨੇ, ਗੁਰਦੇ ਕੱਢ ਕੱਢ ਕੇ, ਕਿਡਨੀਆਂ ਅੱਖਾਂ ਕੱਢ ਕੱਢ ਕੇ ਵੇਚੀ ਜਾ ਰਹੇ ਨੇ, ਲਿਫਾਫਿਆਂ 'ਚ ਪਾ ਪਾ ਕੇ ਮੜੀਆਂ ਨੂੰ ਤੋਰੀ ਜਾ, ਫਿਰ ਵੇਖਣ ਵੀ ਨਹੀਂ ਦਿੰਦੇ। ਮਰੇ ਕਿਸੇ ਦੀ ਮਾਤਾ ਹੁੰਦੀ ਆ ਤੇ ਸਰੀਰ ਬਜ਼ੁਰਗਾਂ ਦਾ ਦੇ ਦਿੰਦੇ, ਮਤਲਬ ਲਾਸ਼ਾਂ ਵੀ ਬਦਲ ਦਿੰਦੇ ਨੇ। ਵਗਾ ਵਗਾ ਜਿਸ ਤਰ੍ਹਾਂ ਬੋਰੀਆਂ ਸੁੱਟੀ ਦੀਆਂ ਇਸ ਤਰ੍ਹਾਂ ਸੁੱਟਦੇ ਹਨ। ਬੰਦੇ ਦੀ ਕਦਰ ਹੀ ਕੋਈ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਤਾਂ ਇਸ ਲਈ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਈਓ, ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਸਾਰੇ ਦੁੱਖ ਕਲੇਸ਼ ਚਲੇ ਜਾਂਦੇ ਨੇ। ਜੋ ਮਹਾਰਾਜ ਦਾ ਗੁਰਮੰਤਰ ਸਾਨੂੰ ਬਖਸ਼ਿਆ ਹੋਇਆ, ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ। ਇਹਨੂੰ ਹਿਰਦੇ 'ਚ ਵਸਾਈਏ ਤਾਂ ਦੁੱਖਾਂ ਕਲੇਸ਼ਾਂ ਤੋਂ ਸਾਡਾ ਛੁਟਕਾਰਾ ਹੋਵੇ। ਦੁਨੀਆ ਦੁਖੀ ਕਿਉਂ ਹੈ? ਕਿਉਂ? ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਆਏ। ਬਾਣੀ ਜੋ ਭੁੱਲੀ ਹੋਈ ਹੈ। ਜੇ ਮਹਾਰਾਜ ਦੀ ਨਾਮ ਬਾਣੀ ਚੇਤੇ ਆਏ ਤਾਂ ਕਿੰਨਾ ਚੰਗਾ ਹੋਵੇ। ਸਾਡੇ ਗਲੋਂ ਇਹ ਦੁੱਖ ਕਲੇਸ਼ ਉਤਰ ਜਾਣ, ਕਿਉਂਕਿ ਜਿੰਨੀਆਂ ਬਿਮਾਰੀਆਂ ਨੇ ਸਭ ਰੱਬ ਦੇ ਅਧੀਨ ਨੇ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਤੋ ਇਸ ਵਾਸਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਆਈਏ ਔਰ ਮਹਾਰਾਜ ਦੇ ਨਾਮ ਦੀ ਔਸ਼ਧੀ ਪ੍ਰਾਪਤ ਕਰੀਏ। ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਸਤਿਗੁਰੂ ਸਾਹਿਬ ਜੀ ਦਾ ਜੋ ਸ਼ਬਦ ਉਪਦੇਸ਼ ਲੈ ਕੇ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਨੂੰ ਖਾਣਾ ਕਰੀਏ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ। ਸਤਿਗੁਰੂ ਜੀ ਨੇ ਮੁੰਦਾਮਣੀ ਦੇ ਵਿੱਚ ਫਰਮਾਇਆ, ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤ ਰੂਪੀ ਥਾਲ ਵਿੱਚ ਇਹ 3 ਵਸਤੂਆਂ ਪਈਆਂ ਨੇ। ਸਤ ਸੰਤੋਖ ਇਹ ਵਿਚਾਰਨਾ ਕਰੋ। ਤੀਸਰੀ ਕਿਹੜੀ ਹੈ? ਅੰਮ੍ਰਿਤ ਨਾਮ ਠਾकुर ਕਾ ਪਇਓ ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਸੋ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ। ਸੋ ਰਜ ਰਜ ਭੋਜਨ ਖਾਵੋ ਮੇਰੇ ਭਾਈ। ਇਹ ਜੋ ਮਹਾਂਮਾਰੀ ਚੱਲ ਰਹੀ ਹੈ, ਕਹਿੰਦੇ ਭੁੱਖੇ ਨਹੀਂ ਰਹਿਣਾ ਚਾਹੀਦਾ। ਇਮਿਊਨਿਟੀ ਵਧਾਉਣ ਵਾਸਤੇ ਪ੍ਰੋਟੀਨ ਲਓ, ਰੱਜ ਕੇ ਭੋਜਨ ਖਾਓ, ਸੁੱਖ ਦੀ ਨੀਂਦੇ ਸੌਵੋ ਤੇ ਆਪ ਦਾ ਜੋ ਖੁਰਾਕ ਹੈ ਉਹਨੂੰ ਪੂਰੀ ਰੱਖੋ। ਇਮਿਊਨਿਟੀ ਵਧੂਗੀ ਤਾਂ ਬਿਮਾਰੀ ਤੋਂ ਛੁਟਕਾਰਾ ਹੋਊਗਾ। ਇਉਂ ਜੇ ਆਤਮਾ ਦੀ ਇਮਿਊਨਿਟੀ ਵਧਾਉਣੀ ਚਾਹੁੰਦੇ ਆ ਤੇ ਗੁਰੂ ਦੇ ਸ਼ਬਦ ਦਾ ਜਾਪ ਜਪੋ, ਮਹਾਰਾਜ ਦੀ ਬਾਣੀ ਦਾ ਆਸਰਾ ਲਓ। ਇਹ ਅੰਮ੍ਰਿਤ ਰਸ ਨੂੰ ਛਕਣਾ ਕਰੋ। ਸਤਿਗੁਰੂ ਜੀ ਕਥਨ ਕਰਦੇ, ਜਿਸ ਦੇ ਮਨ ਹਿਰਦੇ ਵਿੱਚ ਗੁਰ ਸ਼ਬਦ ਵਸ ਜਾਂਦਾ ਹੈ ਤਿਸ ਕੇ ਸਭ ਦੁੱਖ ਮਿਟਾਇਣ। ਉਹਦੇ ਸਾਰੇ ਦੁੱਖਾਂ ਨੂੰ ਮਿਟਾ ਦਿੰਦਾ ਹੈ। ਜਿਸ ਮਨ ਵਸਿਆ ਤਰਿਆ ਸੋਏ।
ਨਾਨਕ ਸੋਭਾ ਰੰਗਤ ਹੋਏ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ, ਹੁਕਮ ਉਛਲੈ ਹੁਕਮੇ ਰਹਿ। ਹੇ ਭਾਈ, ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਮੁੰਦਰ ਮਹਾਪਰਲੋ ਆਉਣ ਵੇਲੇ ਉਛਾਲੇ ਮਾਰ ਕੇ ਸਾਰੀ ਖਲਕਤ ਨੂੰ ਆਪਣੇ 'ਚ ਡੁਬੋ ਲੈਂਦਾ ਅਤੇ ਹੁਕਮ ਦੇ ਵਿੱਚ ਹੀ ਕਿਨਾਰਿਆਂ ਦੇ ਨਿਯਮ ਦੇ ਵਿੱਚ ਬੱਝਾ ਰਹਿੰਦਾ ਹੈ। ਮੈਂ ਜਦੋਂ ਸਮਾਂ ਮਿਲਣਾ, 1 ਸਾਲ ਗੁਰਦੁਆਰਾ ਸ੍ਰੀ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਸਮਾਂ ਮਿਲਣਾ, ਦਿਨੇ ਦਾ ਟਾਈਮ ਨਹੀਂ ਸੀ ਹੁੰਦਾ, ਰਾਤ ਨੂੰ ਸਮੁੰਦਰ ਕੰਢੇ ਜਾ ਕੇ ਬਹਿ ਜਾਣਾ। ਠੰਡੀਆਂ ਹਵਾਵਾਂ ਤੇ ਸੋਹਣਾ ਵਾਤਾਵਰਨ। ਕਈ ਵਾਰ ਸੋਚਣਾ, ਕਿਉਂਕਿ ਉਹ ਜਿਹੜਾ ਜਲ ਸੀ, ਪਾਣੀ ਸੀ, ਬਿਲਕੁਲ ਨੇੜੇ ਹੀ ਹੋਣਾ। 4-5 ਪੌੜੀਆਂ ਉਤਰ ਕੇ ਜਿਸ ਤਰ੍ਹਾਂ ਆਪਾਂ ਹਰਕੀ ਪੌੜੀ ਤੋਂ ਜਲ ਲੈਂਦੇ ਆ, ਬਿਲਕੁਲ ਐਨ ਇਸੇ ਤਰ੍ਹਾਂ ਹੀ ਨੇੜੇ ਹੀ। ਤੇ ਕਈ ਵਾਰ ਸੋਚਣਾ ਵੀ ਜੇ ਪਾਣੀ ਉੱਪਰ ਆ ਜਾਏ ਫਿਰ ਕੀ ਕਰੇ। ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਬਾਬਾ ਜੀ, ਇਸ ਤਰ੍ਹਾਂ ਨਹੀਂ ਹੁੰਦਾ, ਫਿਰ ਤਾਂ ਦੁਨੀਆ ਚੜ੍ਹਾਈ ਕਰ ਜਾਏ। ਵਾਹਿਗੁਰੂ ਦੇ ਹੁਕਮ ਦੇ ਵਿੱਚ ਮਰਜ਼ਾਦਾ 'ਚ ਰਹਿੰਦਾ। ਕਿੰਨਾ ਸੋਹਣਾ ਵੇਖੋ, ਹਾਂਗਕਾਂਗ ਸਮੁੰਦਰ ਦੇ ਕੰਢੇ ਹੀ ਵਸਿਆ ਇੱਕ ਟਾਪੂ ਹੈ। ਸੜਕੀ ਰਸਤਾ ਨਹੀਂ ਹੈ ਉਹਨੂੰ, ਚਾਈਨਾ ਦਾ। ਉਹ ਵਿੱਚੋਂ ਦੀ ਟਿਊਬ ਸੁੱਟ ਕੇ ਟਨਲ ਬਣਾਈ ਹੋਈ ਹੈ, ਉੱਪਰ ਦੀ ਪੁਲ ਬਣਾਇਆ ਹੋਇਆ ਹੈ, ਵਿੱਚ ਫੈਰੀਆਂ ਚੱਲਦੀਆਂ ਨੇ। ਪਰ ਉਹ ਜਿਹੜਾ ਸਮੁੰਦਰ ਹੈ ਮਹਾਰਾਜ ਦੇ ਹੁਕਮ 'ਚ। ਇਸੇ ਪ੍ਰਕਾਰ ਹੁਕਮ ਉਛਲੈ ਹੁਕਮੇ ਰਹਿ। ਪਰਮੇਸ਼ਰ ਦੇ ਹੁਕਮ ਦੇ ਵਿੱਚ ਸੰਸਾਰ ਰੂਪੀ ਸਮੁੰਦਰ ਆਸੁਰੀ ਸੰਪਦਾ ਵਿੱਚ ਉਛਾਲੇ ਮਾਰਦਾ ਹੈ ਅਤੇ ਹੁਕਮ ਦੇ ਵਿੱਚ ਹੀ ਦੈਵੀ ਸੰਪਦਾ ਕਰਕੇ ਉਛਾਲਣ ਤੋਂ ਰਹਿਤ ਹੋ ਜਾਂਦਾ ਹੈ, ਜਾਂ ਹੁਕਮ ਦੇ ਵਿੱਚ ਹੀ ਸਮਾਧੀ ਲਾ ਕੇ ਵਿਕਾਰਾਂ ਵੱਲੋਂ ਸੰਸਾਰ ਰੂਪ ਸਮੁੰਦਰ ਸਥਿਤ ਰਹਿੰਦਾ ਹੈ। ਇਸੇ ਪ੍ਰਕਾਰ ਹੁਕਮ ਉਛਲੈ ਹੁਕਮੇ ਰਹਿ। ਹੁਕਮ ਵਿੱਚ ਜਗਿਆਸੂ ਰੂਪ ਸਮੁੰਦਰ ਦਾ ਮਨ ਪ੍ਰੇਮ ਦੇ ਉਛਾਲੇ ਮਾਰਦਾ ਹੈ ਅਤੇ ਹੁਕਮ ਦੇ ਵਿੱਚ ਹੀ ਸਮਤਾ ਨੂੰ ਧਾਰਨ ਕਰਕੇ ਤੇ ਵਿਕਾਰਾਂ ਦੀ ਕੁਸੰਗਤ ਤੋਂ ਰਹਿਤ ਹੋ ਕੇ ਆਤਮਿਕ ਆਨੰਦ ਵਿੱਚ ਅਸਥਿਤ ਰਹਿੰਦਾ ਹੈ। ਇਸੇ ਪ੍ਰਕਾਰ ਹੁਕਮ ਉਛਲੈ ਹੁਕਮੇ ਰਹਿ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਹੰਕਾਰ ਰੂਪ ਉਛਾਲਾ ਮਾਰਦਾ ਹੈ ਅਤੇ ਹੁਕਮ ਦੇ ਵਿੱਚ ਹੀ ਨਿਮਰਤਾ ਨੂੰ ਧਾਰਨ ਕਰਕੇ ਰਹਿੰਦਾ ਹੈ। ਹੁਕਮੇ ਦੁੱਖ ਸੁੱਖ ਸਮ ਕਰ ਸਹੈ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਸਹਾਰਦਾ ਹੈ। ਹੁਕਮੇ ਨਾਮ ਜਪੈ ਦਿਨ ਰਾਤ। ਹੁਕਮ ਅਨੁਸਾਰ ਹੀ ਜੀਵ ਰਾਤ ਦਿਨੇ ਨਾਮ ਅੰਮ੍ਰਿਤ ਨੂੰ ਜਪਦਾ ਹੈ। ਨਾਨਕ ਜਿਸ ਨੂੰ ਹੋਵੈ ਦਾਤ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਨਾਮ ਜਪਦਾ ਜਿਸ ਦੇ ਤਾਈਂ ਗੁਰਾਂ ਦੁਆਰਾ ਪ੍ਰੇਮਾ ਭਗਤੀ ਬ੍ਰਹਮ ਵਿਦਿਆ ਨਾਮ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਹੁਕਮ ਰਹਿ ਹੁਕਮੇ ਹੀ ਜੀਵੈ। ਪਰਮੇਸ਼ਰ ਦੇ ਹੁਕਮ ਦੇ ਵਿੱਚ ਜੀਵ ਜਾਂ ਸੰਸਾਰ ਮਰਦਾ ਹੈ ਅਤੇ ਹੁਕਮ ਦੇ ਵਿੱਚ ਹੀ ਜਿਉਂਦਾ ਹੈ। ਇਸੇ ਪ੍ਰਕਾਰ ਹੁਕਮ ਰਹਿ ਹੁਕਮੇ ਹੀ ਜੀਵੈ। ਜੀਵ ਹੁਕਮ ਕਰਕੇ ਹੀ ਜੀਵਤ ਭਾਵ ਵੱਲੋਂ ਮਰਦਾ ਹੈ ਤੇ ਜਾਂ ਹੁਕਮ ਕਰਕੇ ਹੀ ਸੰਸਾਰ ਵੱਲੋਂ ਮਰਦਾ ਹੈ ਅਤੇ ਹੁਕਮ ਕਰਕੇ ਹੀ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਮੁਕਤ ਹੋਣ ਰੂਪ ਜਿਉਂਦਾ ਹੈ। ਹੁਕਮੇ ਨਾਨਾ ਵੱਡਾ ਥੀਵੈ। ਹੁਕਮ ਦੇ ਵਿੱਚ ਹੀ ਛੋਟੇ ਜਿਹੇ ਆਕਾਰ ਵਾਲਾ ਮੱਛਰ ਆਦਿਕ ਜੀਵ ਬਣ ਜਾਂਦਾ ਹੈ ਅਤੇ ਹੁਕਮ ਦੇ ਵਿੱਚ ਹੀ ਵੱਡਾ ਹੁੰਦਾ ਹੈ, ਭਾਵ ਹਾਥੀ ਆਦਿਕ ਵੱਡੇ ਆਕਾਰ ਵਾਲਾ ਵੀ ਬਣ ਜਾਂਦਾ ਹੈ। ਇਸੇ ਪ੍ਰਕਾਰ ਹੁਕਮੇ ਨਾਨਾ ਵੱਡਾ ਥੀਵੈ। ਹੁਕਮ ਦੇ ਵਿੱਚ ਹੀ ਨਿੱਕਾ ਭਾਵ ਨਿਮਰਤਾ ਗਰੀਬੀ ਧਾਰਨ ਕਰਕੇ ਵੱਡੇ ਬ੍ਰਹਮ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਹੁਕਮੇ ਸੋਗ ਹਰਖ ਆਨੰਦ। ਹੁਕਮ ਦੇ ਵਿੱਚ ਹੀ ਪਦਾਰਥਾਂ ਦੇ ਵਿਛੜਨੇ ਕਰਕੇ ਜੀਵ ਗਮ ਦੇ ਵਿੱਚ ਰਹਿੰਦਾ ਹੈ ਔਰ ਪਦਾਰਥਾਂ ਦੇ ਮਿਲਣੇ ਕਰਕੇ ਹੀ ਪ੍ਰਸੰਨ ਰਹਿੰਦਾ ਹੈ ਔਰ ਹੁਕਮ ਦੇ ਵਿੱਚ ਹੀ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਹੁਕਮੇ ਜਪੈ ਨਿਰੋਧਰ ਗੁਰਮੰਤ। ਹੁਕਮ ਦੇ ਵਿੱਚ ਹੀ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਾਂ ਗੁਰਮੰਤਰ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਾਂ ਸਮੁੱਚੀ ਬਾਣੀਓ ਹੀ ਗੁਰਮੰਤਰ ਹੈ।
ਗੁਰ ਉਪਦੇਸ਼ ਦੁਆਰਾ ਨਿਰੋਧਰ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਜਾਂ ਨਿਰਵਿਸ਼ੇਸ਼ ਕਰਕੇ ਚਿੱਤ ਨੂੰ ਉਧਾਰਨ ਵਾਲੇ ਨਾਮ ਨੂੰ ਜਪਦਾ ਹੈ। ਹੁਕਮੇ ਆਵਣ ਜਾਣ ਰਹਾਏ, ਹੁਕਮ ਵਿੱਚ ਹੀ ਆਉਣੇ ਜਾਣੇ ਤੋਂ ਰਹਿੰਦਾ ਹੈ। ਭਾਵ ਜਮਨ ਮਰਨ ਤੋਂ ਰਹਿਤ ਹੋ ਜਾਂਦਾ ਹੈ। ਨਾਨਕ ਜਾ ਕੋ ਭਗਤੀ ਲਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜਮਨ ਮਰਨ ਤੋਂ ਰਹਿਤ ਹੁੰਦਾ ਹੈ, ਜਿਸ ਦੇ ਤਾਈਂ ਪਰਮੇਸ਼ਰ ਆਪਣੀ ਭਗਤੀ ਵਿੱਚ ਲਾਉਂਦਾ ਹੈ। ਪੌੜੀ ਇਹ ਪੰਜਵੇਂ ਪਾਤਸ਼ਾਹ ਦੀ ਹੋਈ ਹੈ। ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ। ਇਹ ਪਰਮੇਸ਼ਰ, ਮੈਂ ਤਿਸ ਢਾਡੀ ਜਸ ਗਾਉਣ ਵਾਲੇ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ, ਜਿਹੜਾ ਤੇਰਾ ਸੇਵਾਦਾਰ ਬਣਿਆ ਹੋਇਆ ਜਾਂ ਜਿਹੜਾ ਤੇਰੇ ਦਰ ਉੱਤੇ ਸੇਵਾ ਕਰਨ ਵਾਲਾ ਹੈ। ਅਸੀਂ ਲੋਕਾਂ ਦੇ ਨੌਕਰ ਤਾਂ ਬਣੇ ਆ, ਲੋਕਾਂ ਦੇ ਸੇਵਾਦਾਰ ਤਾਂ ਬਣੇ ਆ, ਪਰ ਵਿਰਲਾ ਕੋਈ ਮਹਾਂਪੁਰਖ ਹੈ ਜਿਹੜਾ ਗੁਰੂ ਘਰ ਦਾ ਸੇਵਾਦਾਰ ਬਣਿਆ ਹੈ। ਹਉ ਤਿਸ ਢਾਡੀ ਬਲਿਹਾਰ, ਮਾਰੇ ਕਹਿੰਦੇ ਮੈਂ ਤਿਸ ਢਾਡੀ ਜਸ ਗਾਉਣ ਵਾਲੇ ਤੋਂ ਬਲਿਹਾਰ ਕੁਰਬਾਨ ਜਾਂਦਾ। ਜੇ ਗਾਵੇ ਗੁਣ ਅਪਾਰ, ਜਿਹੜਾ ਹੈ ਬੇਅੰਤ ਪਰਮਾਤਮਾ ਤੇਰੇ ਹੀ ਗੁਣਾਂ ਨੂੰ ਗਾਉਂਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਮਰਦਾਨਾ ਜੀ ਤੂੰ ਵਧਾਈ ਲੈਣੀ ਆ? ਕਹਿੰਦਾ ਹਾਂ ਜਜਮਾਨਾ, ਤੂੰ ਵਿਆਹ ਕੇ ਘਰ ਆਇਆ ਸਾਡੇ ਮਾਤਾ ਸੁਲੱਖਣੀ ਨੂੰ ਤੇ ਵਧਾਈ ਦੇ, ਮੈਂ ਤੁਹਾਡੀ ਕੁਲ ਦਾ ਮਰਾਸੀ ਆ। ਮਾਰੇ ਕਹਿੰਦੇ ਦੱਸ ਕਿੰਨੇ ਪੈਸੇ ਚਾਹੀਦੇ ਨੇ? ਜੇ ਤੂੰ ਆਖੇ ਪੈਸੇ ਤਾਂ ਤੈਨੂੰ ਸਾਰੇ ਹੀ ਦਿੰਦੇ ਨੇ, ਪਦਾਰਥ ਵੀ ਦਿੰਦੇ ਨੇ, ਪਰ ਮੈਂ ਜੇ ਤੈਨੂੰ ਇਹੋ ਜਿਹਾ ਗੁਣ ਦੇਵਾਂ ਜਿਹੜਾ ਸਾਰੀ ਉਮਰ ਤੇਰੇ ਮਨ ਨੂੰ ਸ਼ਾਂਤ ਰੱਖੇ, ਸੰਤੋਖੀ ਰੱਖੇ ਤੇ ਪਰਲੋਕ ਦੇ ਵਿੱਚ ਵੀ ਕੰਮ ਆਵੇ ਤੇ ਇਸ ਲੋਕ ਵਿੱਚ ਵੀ ਤੇਰਾ ਲੋਕ ਸੁਖੀ ਹੋਵੇ। ਗੁਣ ਲੈਣਾ ਕਿ ਹੋਰ? ਕਹਿੰਦੇ ਮਹਾਰਾਜ ਗੁਣ ਦਿਓ। ਕਹਿੰਦੇ ਜਾ ਮਰਦਾਨਿਆ, ਤੈਨੂੰ ਗਾਉਣ ਵਜਾਉਣ ਦਾ ਗੁਣ ਦਿੱਤਾ, ਇਹ ਬਖਸ਼ਿਸ਼ ਕਰ ਦਿੱਤੀ, ਤੇ ਮਾਇਆ ਤੇਲਾ ਹੋਰ ਸਭ ਕੁਛ ਮਹਾਰਾਜ ਨੇ ਬਖਸ਼ਿਆ। ਨਹੀਂ ਵੀ ਪੈਸੇ ਨਹੀਂ ਦਿੱਤੇ, ਮਾਇਆ ਵੀ ਦਿੱਤੀ, ਪਦਾਰਥ ਵੀ ਦਿੱਤੇ। ਛੋਟੇ ਹੁੰਦੇ ਅਸੀਂ ਦੁਕਾਨ ਤੋਂ ਸੌਦਾ ਲੈਣ ਜਾਂਦੇ, ਸੌਦਾ ਤਾਂ ਪੈਸੇ ਦਾ ਆਉਂਦਾ, ਤੇ ਦੁਕਾਨਦਾਰ ਵੀ ਬੱਚੇ ਮੇਰੀ ਦੁਕਾਨ ਦੇ ਆਉਣ, ਜੇ ਉਹਨੇ ਨਾਮ ਹੀ ਦੇਣਾ ਤਾਂ ਵੀ ਕਹਿਣਾ ਲੈ ਝੁੰਗਾ ਦੇ। ਕਈਆਂ ਇਲਾਕਿਆਂ 'ਚ ਰੂੰਗਾ ਬੋਲਦੇ ਨੇ। ਉਹਨੇ ਥੋੜ੍ਹੀਆਂ ਜਿਹੀਆਂ ਫੁੱਲੀਆਂ ਪਤਾਸੇ ਜਾਂ ਛੋਲੇ ਭੁੱਜੇ, ਨਮਕੀਨ ਕੁਛ ਵੀ ਉਹਨੇ ਹੱਥ 'ਤੇ ਰੱਖ ਦੇਣਾ, ਆਪਾਂ ਬੜੇ ਖੁਸ਼ ਹੋਣਾ। ਇਉਂ ਇਹ ਜਿਹੜੇ ਪਦਾਰਥ ਤੇ ਮਾਇਆ ਤਾਂ ਝੁੰਗੇ ਜੀ ਮਹਾਰਾਜ ਦੇ ਦਿੰਦਾ। ਅਸਲੀ ਤਾਂ ਨਾਮ ਜਪਣ ਦਾ ਗੁਣ ਹੈ। ਸੋ ਭਾਈ ਮਰਦਾਨਾ ਜੀ ਨੇ ਹਾਲ ਹੋ ਕੇ ਆਪਦੇ ਘਰ ਆਇਆ। ਮਹਾਰਾਜ ਨੇ ਸਮਝਾ ਕੇ ਦੋਰਿਆ ਵੀ ਮਰਦਾਨਿਆ ਅੱਜ ਤੋਂ ਬਾਅਦ ਕਿਸੇ ਦੇ ਘਰ ਮੰਗਣ ਨਹੀਂ ਜਾਣਾ। ਜਿਹੜੀ ਚੀਜ਼ ਦੀ ਲੋੜ ਹੈ ਮੇਰੇ ਪਿਓ ਨੂੰ ਦੱਸ ਜਾਂ ਮੈਨੂੰ ਦੱਸ, ਸਾਡੇ ਘਰੋਂ ਤੂੰ ਲੈਣੀ ਹੈ। ਫਿਰ ਉਹਦੀ ਧੀ ਰਾਣੀ ਦਾ ਵਿਆਹ ਸੀਗਾ, ਗੱਡਾ ਲੈ ਕੇ ਆ ਵੜਿਆ। ਕਹਿੰਦਾ ਲਿਆ ਜਜਮਾਨਾ ਮੇਰਾ ਗੱਡਾ ਭਰ, ਮੇਰੀ ਧੀ ਰਾਣੀ ਦਾ ਵਿਆਹ ਹੈ। ਮਹਾਰਾਜ ਕਹਿੰਦੇ ਵੀ ਮੇਰੀ ਦੁਕਾਨ ਤੋਂ ਜਿੰਨਾ ਸੌਦਾ ਚਾਹਣਾ ਚੁੱਕ ਲਾ, ਪਰ ਪੂਰਾ ਸੌਦਾ ਇੱਥੇ ਮਿਲਣਾ ਨਹੀਂ। ਉਹ ਗੱਡਾ ਦੇ ਕੇ ਮਹਾਰਾਜ ਨੇ ਮਨਸੁਖ ਸ਼ਾਹੂਕਾਰ ਨੂੰ ਨਾਲ ਤੋਰਿਆ। ਆਖਿਆ ਜਾ ਮਰਦਾਨੇ ਨੂੰ ਨਾਲ ਲੈ ਜਾ ਤੇ ਲਾਹੌਰੋਂ ਚੀਜ਼ਾਂ ਲੈ ਕੇ ਆਓ। ਪੱਲਿਓਂ ਪੈਸੇ ਦਿੱਤੇ। ਇੰਜ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਗੱਡਾ ਭਰ ਕੇ ਸੁਲਤਾਨਪੁਰ ਲੋਧੀ ਤੋਂ ਰਾਏ ਭੋਏ ਦੀ ਤਲਵੰਡੀ ਨੂੰ ਤੋਰਿਆ, ਸਭ ਕੁਝ ਬਖਸ਼ਿਆ। ਫਿਰ ਜਦ ਗੁਰੂ ਸਾਹਿਬ ਜੀ ਨੇ ਉਦਾਸੀਆਂ ਸ਼ੁਰੂ ਕਰਨੀਆਂ ਸਨ ਤੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬੈਠ ਗਏ। ਮਾਤਾ ਜੀ ਨੂੰ ਫਿਕਰ ਹੋਇਆ, ਭਾਈ ਮਰਦਾਨਾ ਜੀ ਨੂੰ ਪਤਾ ਲੈਣ ਲਈ ਭੇਜਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਦੱਸ ਮਰਦਾਨਿਆ ਸਾਡੀ ਖਬਰ। ਕਹਿੰਦੇ ਮਹਾਰਾਜ ਤੁਸੀਂ ਤਾਂ ਆਨੰਦ 'ਚ ਬੈਠੇ ਹੋਏ ਹੋ, ਉਹਦਾ ਵੀ ਇੰਨਾ ਜੀ ਲੱਗਾ, ਉਹਦਾ ਜਾਣ ਨੂੰ ਜੀਓ ਹੀ ਨਾ ਕਰੇ। ਕਹਿੰਦੇ ਲਿਆ ਮਰਦਾਨਿਆ ਤੂੰ ਕਿੱਥੇ ਜਾਣਾ? ਕਹਿੰਦੇ ਮਾਤਾ ਜੀ ਨੇ ਫਿਕਰ ਕਰਨਾ, ਖਬਰ ਲੈਣ ਆਇਆ ਮੈਂ ਤਾਂ ਖਬਰ ਸੁਣਾਉਣੀ। ਗੁਰੂ ਸਾਹਿਬ ਕਹਿਣ ਲੱਗੇ ਆਪੇ ਖਬਰ ਦਾ ਪਤਾ ਲੱਗ ਜਾਊਗਾ, ਤੂੰ ਰਬਾਬ ਲੈ ਕੇ ਆ। ਜਿਹੜਾ ਤੈਨੂੰ ਗਾਉਣ ਵਜਾਉਣ ਦਾ ਗੁਣ ਦਿੱਤਾ ਸੀਗਾ, ਗਾ ਕੇ ਪਰਖਿਆ ਕਿ ਨਹੀਂ? ਕਹਿੰਦਾ ਮਹਾਰਾਜ ਮੈਨੂੰ ਤਾਂ ਕੁਛ ਨਹੀਂ ਆਉਂਦਾ। ਕਹਿੰਦੇ ਰਬਾਬ ਤਾਂ ਲਿਆ, ਭਲਿਆ ਮਾਨਸਾ। ਉਹ ਕੋਈ ਮਰਾਸੀ ਢਾਡੀ ਜਿਹੜਾ ਰਾਗੀ ਬਣ ਕੇ ਤੇ ਰਾਜਿਆਂ ਦੇ ਅੱਗੇ ਗਾਉਣ ਵਜਾਉਣ ਕਰਦਾ ਸੀਗਾ, ਉਹਨੂੰ ਘੇਰ ਲਿਆਂਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਚੱਲ ਵਜਾ। ਜਦ
ਮਰਦਾਨੇ ਨੇ ਹੱਥ ਰੱਖਿਆ, ਕਹਿੰਦਾ ਜੀ ਮੈਨੂੰ ਤਾਂ ਕੁਛ ਨਹੀਂ ਆਉਂਦਾ। ਕਹਿੰਦੇ ਤੂੰ ਵਜਾ ਤਾਂ ਸਹੀ। ਉਹਨੂੰ ਸਾਰੇ ਰਾਗ ਸਪੂਰਨ ਹੋ ਗਏ। ਅਰ ਇੰਨਾ ਸੋਹਣਾ ਕੀਰਤਨ ਹੋਇਆ ਕਿ ਪੰਛੀ ਤੇ ਪਸ਼ੂ ਖੜ ਕੇ ਸੁਣ ਲੱਗੇ ਤੇ ਦਰਖਤ ਆਨੰਦ ਨਾਲ ਝੂਮਣ ਲੱਗ ਪਏ। ਮਹਾਰਾਜ ਕਹਿੰਦੇ ਦੱਸ ਮਰਦਾਨਿਆ ਤੂੰ ਕਿਹੋ ਜਿਹਾ ਗੁਣ ਪਰਖਿਆ? ਕਹਿੰਦਾ ਜੀ ਮੈਂ ਤਾਂ ਹੈਰਾਨ ਹਾਂ, ਆਪ ਜੀ ਨੇ ਇੰਨੀ ਬਖਸ਼ਿਸ਼ ਕਰ ਦਿੱਤੀ। ਪਾਤਸ਼ਾਹ ਕਹਿੰਦੇ ਰਬਾਬ ਫਿਰ ਇਹਨਾਂ ਨੂੰ ਵਾਪਸ ਕਰ ਦੇ, ਕਿਉਂਕਿ ਜਿਸ ਰਬਾਬ ਤੇ ਕਿਸੇ ਬੰਦੇ ਦਾ ਜਸ ਗਾਇਆ ਉਹ ਆਪਾਂ ਗੁਰਦੁਆਰੇ ਨਹੀਂ ਰੱਖਣੇ। ਗੁਰਦੁਆਰੇ ਸੁੱਚੀ ਚੀਜ਼ ਚਾਹੀਦੀ ਹੈ। ਜਾ ਭੈਣ ਜੀ ਦੇ ਕੋਲੋਂ ਪੈਸੇ ਲੈ ਜਾ ਤੇ ਫਰਿੰਦਾ ਰਬਾਬੀ ਇੱਧਰ ਨੂੰ ਤੁਰਿਆ ਜਾ, ਫਲਾਣੀ ਜਗ੍ਹਾ ਤੇ ਰਹਿੰਦਾ ਹੈ, ਉਹਦੇ ਕੋਲ ਰਬਾਬ ਲੈ ਕੇ ਆ। ਸੋ ਫਰਿੰਦਾ ਨਾਮ ਦਾ ਕੋਈ ਰਬਾਬੀ ਹੋਈ ਨਹੀਂ ਸੀਗਾ, ਦੇਵਤਿਆਂ ਦਾ ਦੇਵਤਾ ਸੀਗਾ। ਸਵਰਗਾਂ ਦੇ ਵਿੱਚੋਂ ਰਬਾਬ ਭੇਟਾ ਕਰਨ ਲਈ ਆਇਆ। 7.5 ਰੁਪਈਏ ਭੈਣ ਨਾਨਕੀ ਨੇ ਰਬਾਬ ਲਈ ਦਿੱਤੇ ਤੇ ਉਹਨੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਬਾਬ ਨੂੰ ਭੇਟਾ ਕੀਤਾ। ਆਖਿਆ ਗੁਰੂ ਸਾਹਿਬ ਇਹ ਆਪ ਜੀ ਦੀ ਬਖਸ਼ਿਸ਼ ਹੈ, ਤੁਸੀਂ ਉਹ ਹੀ ਲੈ ਲਓ। ਇੰਜ ਮਹਾਰਾਜ ਨੇ ਰਬਾਬ ਫੜਾ ਕੇ ਭਾਈ ਮਰਦਾਨਾ ਜੀ ਨੂੰ ਆਗਿਆ ਕੀਤੀ ਕਿ ਮਰਦਾਨਾ ਜੀ ਅੱਜ ਤੋਂ ਬਾਅਦ ਤੂੰ ਕਿਸੇ ਦਾ ਗੁਣ ਨਹੀਂ ਗਾਉਣਾ, ਵਾਹਿਗੁਰੂ ਦੇ ਗੁਣ ਗਾਉਣੇ ਨੇ। ਸੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਹੁਕਮਨਾਮਾ ਜਾਰੀ ਕੀਤਾ ਗਿਆ। ਰਾਗੀ ਢਾਡੀ ਪ੍ਰਚਾਰਕ, ਖਾਸ ਕਰਕੇ ਰਾਗੀ ਸਿੰਘ ਜਿਹੜੇ ਮਹਾਰਾਜ ਦੇ ਕੀਰਤਨ ਕਵਿਤਾ ਨਾ ਗਾਉਣ। ਤੇ ਢਾਡੀਆਂ ਨੂੰ ਵੀ ਬੇਨਤੀ ਹੈ ਵੀ ਉਹ ਕਿਸੇ ਮਾਂ ਜਾਂ ਧੀ ਜਾਂ ਪੁੱਤ ਨੂੰ ਗਾਉਣ ਦੀ ਬਜਾਏ, ਲੋਕਾਂ ਦੇ ਸੋਹਿਲੇ ਗਾਉਣ ਦੀ ਬਜਾਏ, ਜੇ ਉਹ ਢਾਡੀ ਸੱਚਮੁੱਚ ਹੀ ਗੁਰੂ ਦੇ ਨੇ ਤੇ 6ਵੇਂ ਪਾਤਸ਼ਾਹ ਦੇ ਜੰਗ ਗਾਉਣ। ਭਾਈ ਗੁਰੂ ਗੋਬਿੰਦ ਸਿੰਘ ਦੇ ਜੰਗ ਥੋੜੇ ਹੋਏ ਨੇ, ਉਹਨਾਂ ਜੰਗਾਂ ਦਾ ਗਾਉਣ ਵਜਾਉਣ ਕਰਨ, ਮਹਾਰਾਜ ਦਾ ਜਸ ਗਾਉਣ। ਲੋਕਾਂ ਦੇ ਗਾਣੇ ਗੀਤ ਬਣਾ ਬਣਾ ਕੇ ਪੈਸੇ ਕਿਉਂ ਬਟੋਰਦੇ ਨੇ? ਪ੍ਰਚਾਰਕ ਤੇ ਢਾਡੀ ਵੀ ਲੋਕਾਂ ਦੀ ਝੋਲੀ ਚੁੱਕਦੇ, ਸਿਫਤ ਕਰਕੇ ਥੱਕਦੇ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰਾ ਸੇਵਾਦਾਰ ਤੇਰੇ ਗੁਣ ਗਾਉਂਦਾ ਮੈਂ ਉਹਦੇ ਤੋਂ ਬਲਿਹਾਰ ਜਾਂਦਾ। ਸੋ ਢਾਡੀ ਧੰਨ ਧੰਨ, ਉਹ ਢਾਡੀ ਜਸ ਕਰਨ ਵਾਲਾ ਧਨਤਾ ਦੇ ਯੋਗ ਹੈ। ਉਹਦੀ ਮਾਂ ਵੀ ਧੰਨ, ਉਹਦਾ ਪਿਓ ਵੀ ਧੰਨ। ਧੰਨ ਸੋ ਕੁਲ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ, ਜਿਨ ਸਾਸ ਗ੍ਰਸ ਤੇ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਜਿਸ ਲੋੜੇ ਨਿਰੰਕਾਰ, ਜਿਸ ਨੂੰ ਪਰਮੇਸ਼ਰ ਆਪ ਚਾਹੁੰਦਾ, ਭਾਈ ਮਰਦਾਨੇ ਜੀ ਦੀ ਤਰ੍ਹਾਂ। ਜਿੰਨਾ ਪ੍ਰੇਮ ਦੁਨੀਆ ਦੇ ਵਿੱਚ ਮੈਂ ਸਮਝਦਾ ਵੀ ਮਰਦਾਨੇ ਨਾਲ ਸੀਗਾ, ਮਹਾਰਾਜ ਇੱਕ ਮਿੰਟ ਵੀ ਉਹਦਾ ਵਸਾ ਨਹੀਂ ਸੀ ਕਰਦੇ। ਗੁੱਸੇ ਹੋ ਜਾਂਦਾ, 100 ਗੱਲਾਂ ਕਰਦਾ, ਮਰਾਸੀ ਜੂ ਸੀਗਾ, ਪਰ ਮਹਾਰਾਜ ਗੁੱਸਾ ਨਹੀਂ ਕਰਦੇ, ਉਹਨੂੰ ਮਨਾਉਂਦੇ। ਕੌਡੇ ਰਾਖਸ਼ ਵਾਲੀ ਸਾਖੀ 250 ਮੀਲ ਦੀ ਦੂਰੀ ਤੈਅ ਕਰਕੇ ਮਹਾਰਾਜ ਵਾਪਸ ਆਏ। ਭਾਈ ਬਾਲਾ ਜੀ ਕਹਿੰਦਾ ਮਰਨ ਦਾ ਤਾਂ ਮਰਨ ਦਿਓ ਜੀ। ਮਹਾਰਾਜ ਕਹਿੰਦੇ ਨਹੀਂ, ਨਾਲ ਲੈ ਦੀ ਲਜਿਆ, ਸਾਡਾ ਦਿਲ ਨਹੀਂ ਲੱਗਦਾ ਭਾਈ ਬਾਲਿਆ, ਉਹ ਕੀਰਤਨ ਸੁਣਾਉਂਦਾ ਹੈ। ਇਹੋ ਜਿਹੇ ਗੁਰਮੁਖਾਂ ਨੂੰ ਬਲਿਹਾਰ ਜਾਈਏ। ਬਾਬੇ ਬੁੱਢੇ ਸਾਹਿਬ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ ਕਿੰਨੀਆਂ ਸੋਹਣੀਆਂ ਵਾਰਾਂ ਉਹਨਾਂ ਨੇ ਗਾਈਆਂ। ਮਹਾਰਾਜ ਉਹਨਾਂ ਨੂੰ ਆਪ ਚਾਹੁੰਦੇ ਕਿ ਮੇਰੇ ਦਰਬਾਰ 'ਚ ਆ ਕੇ ਕੀਰਤਨ ਕਰੇ, ਜਾਂ ਜਿਸ ਦੇ ਮਨ ਵਿੱਚ ਨਿਰੰਕਾਰ ਪਰਮੇਸ਼ਰ ਪ੍ਰਾਪਤੀ ਦੀ ਇੱਛਾ, ਉਹ ਜਿਹੜਾ ਢਾਡੀ ਗਾਉਣ ਵਾਲਾ ਧਨਤਾ ਦੇ ਯੋਗ ਹੈ। ਸੋ ਢਾਡੀ ਭਾਗਠ, ਉਹ ਢਾਡੀ ਜਸ ਕਰਨ ਵਾਲਾ ਪੁਰਖ ਭਾਗਾਂ ਵਾਲਾ ਹੈ। ਜੇ ਸੱਚਾ ਦਵਾਰ ਬਾਰ, ਜਿਹਨੂੰ ਸੱਚਾ ਸਾਧ ਸੰਗਤ ਰੂਪੀ ਦਰਬਾਰ ਮਿਲਿਆ ਹੈ। ਮਹਾਰਾਜ ਦੇ ਕੋਲ 52 ਕਵੀ ਰਿਹਾ ਕਰਦੇ, ਤੇ ਜਦੋਂ ਆਉਂਦੇ ਭੁੱਖੇ ਆਉਂਦੇ, ਮੰਗਦੇ ਆਉਂਦੇ, ਤੇ ਜਦੋਂ ਆਪਦੇ ਘਰਾਂ ਨੂੰ ਜਾਂਦੇ ਤੇ ਹਾਥੀਆਂ ਤੇ ਚੜ੍ਹ ਕੇ। ਵੇਖਣ ਵਾਲਾ ਸੋਚਦਾ ਵੀ ਕੋਈ ਮਹਾਰਾਜਾ ਆ ਰਿਹਾ। ਇਉਂ ਗੁਰੂ ਸਾਹਿਬ ਦੇ 52 ਕਵੀ ਵੀ ਇੰਨੇ ਨਿਹਾਲ ਹੋ ਕੇ ਜਾਂਦੇ। ਉਹਨਾਂ ਨੂੰ ਮਹਾਰਾਜ ਬੇਅੰਤ ਪਦਾਰਥ ਤੇ ਮਾਇਆ ਧੇਲਾ ਦੇ ਕੇ ਤੋਰਦੇ। ਇਹੋ ਜਿਹੇ ਗੁਰਮੁਖਾਂ ਤੋਂ ਬਲਿਹਾਰ ਜਾਈਏ। ਇਸੇ ਪ੍ਰਕਾਰ ਸੋ ਢਾਡੀ ਭਾਗਠ, ਜਿਸ ਸੱਚਾ ਦਵਾਰ ਬਾਰ, ਜਿਸ ਨੂੰ ਦੁਆਰਿਆਂ ਵਾਲੇ ਸੰਸਾਰ ਵਿੱਚੋਂ ਗੁਰਾਂ ਦੁਆਰਾ ਗਿਆਨ ਰੂਪ ਦਰਵਾਜ਼ੇ ਦੀ ਪ੍ਰਾਪਤੀ ਹੋਈ ਹੈ। ਉਹ ਜਸ ਕਰਨ ਵਾਲਾ ਪੁਰਖ ਭਾਗਾਂ ਵਾਲਾ ਹੈ। ਜਾਂ ਜੇ ਸੱਚਾ ਦਵਾਰ ਬਾਰ, ਜਿਸ ਨੂੰ ਮਨੁੱਖਾ ਜਨਮ ਰੂਪ ਦੁਆਰੇ ਵਿੱਚ ਸੱਚਾ ਗਿਆਨ ਰੂਪ ਦਰਵਾਜ਼ਾ ਪ੍ਰਾਪਤ ਹੋਇਆ। ਜਾਂ ਜਿਸ ਦਾ ਦੁਆਰਿਆਂ ਵਾਲਾ ਸਰੀਰ ਤੇ ਇੰਦਰੀਏ ਵੀ ਸੱਚੇ ਨੇ, ਸੋ ਢਾਡੀ ਭਾਗਠ, ਉਹ ਜਸ ਕਰਨ ਵਾਲਾ ਪੁਰਖ ਭਾਗਾਂ ਵਾਲਾ ਹੈ। ਉਹ ਢਾਡੀ ਤੁਧ ਤੇ ਆਏ, ਕਲਾਣੇ ਦਿਨ ਰਹਿਣਾ। ਇਹ ਪਰਮੇਸ਼ਰ
ਉਹ ਢਾਡੀ ਜਸ ਗਾਉਣ ਵਾਲਾ ਤੈਨੂੰ ਧਿਆਉਂਦਾ ਹੈ ਅਤੇ ਮਨ ਬਾਣੀ ਕਰਕੇ ਦਿਨ ਰਾਤ ਤੇਰੇ ਕਲਾਣੇ ਕਹੀਏ ਜਸ ਨੂੰ ਗਾਉਂਦਾ ਹੈ। ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ। ਜਿਹੜਾ ਤੇਰੇ ਪਾਸੋਂ ਨਾਮ ਅੰਮ੍ਰਿਤ ਨੂੰ ਜਪਣਾ ਮੰਗਦਾ ਹੈ ਉਸ ਨੂੰ ਕਦਾ ਚਿੱਤ ਵੀ ਕਾਮ ਆਦਿਕਾਂ ਤੋਂ ਜਾਂ ਮਨੁੱਖਾ ਜਨਮ ਵਿੱਚ ਵੀ ਹਾਰ ਨਹੀਂ ਆਉਂਦੀ। ਪਾਵੋ ਪੁਰਖ ਸੰਸਾਰ ਵਿੱਚ ਮਨੁੱਖਾ ਜਨਮ ਰੂਪ ਬਾਜੀ ਨੂੰ ਜਿੱਤ ਕੇ ਜਾਂਦਾ ਹੈ। ਕੱਪੜ ਭੋਜਨ ਸੱਚ ਰਹਿਦਾ ਲਿਵੈ ਧਾਰ। हे ਪਰਮੇਸ਼ਰ, ਐਸੇ ਜਸ ਕਰਨ ਵਾਲੇ ਪੁਰਖ ਨੂੰ ਤੂੰ ਪ੍ਰੇਮ ਰੂਪੀ ਕੱਪੜਾ ਤੇ ਸੱਚਾ ਬ੍ਰਹਮ ਗਿਆਨ ਰੂਪੀ ਭੋਜਨ ਦਿੰਦਾ ਹੈ। ਇਸੇ ਕਰਕੇ ਉਹ ਸਦਾ ਤੇਰੀ ਸੱਚੀ ਲਿਵ ਦੇ ਆਸਰੇ ਰਹਿੰਦਾ ਹੈ। ਇਸੇ ਪ੍ਰਕਾਰ ਰਹਿਦਾ ਲਿਵੈ ਧਾਰ। ਜੋ ਤੇਰੇ ਸੱਚੇ ਨਾਮ ਦੇ ਵਿੱਚ ਲਿਵ ਬਿਰਤੀ ਨੂੰ ਤੇਲ ਧਾਰਾ ਵਾ ਧਾਰ ਕੇ ਰਹਿੰਦਾ ਹੈ। ਕੱਪੜ ਭੋਜਨ ਸੱਚ, ਉਸ ਦਾ ਤੇਰਾ ਸੱਚਾ ਨਾਮ ਹੀ ਕੱਪੜਾ ਤੇ ਭੋਜਨ ਹੈ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਜਾਂ ਨਾਨਕ ਪ੍ਰਗਟ ਪਹਾਰੇ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਕੋਟ ਪੈਂਟਾਂ ਨੂੰ ਭਲਾ ਕੀ ਕਰਨਾ। ਮਹਾਰਾਜ ਨੇ ਇਹੋ ਜਿਹਾ ਸਿਫਤ ਸ਼ਰਮ ਕਾ ਕੱਪੜਾ ਮੰਗੋ। ਇਹੋ ਜਿਹਾ ਮਹਾਰਾਜ ਨੇ ਕੱਪੜਾ ਬਖਸ਼ਿਆ ਸਿਫਤ ਦਾ, ਵਾਹਿਗੁਰੂ ਦੇ ਗੁਣ ਗਾਉਣ ਵਾਲਾ, ਵੈਰਾਗ ਧਾਰਨ ਵਾਲਾ, ਕਿ ਜਿੱਤ ਫਿਰ ਨੰਗੇ ਨਾ ਹੋਵੇ। ਜਿਹਦੇ ਨਾਲ ਬੰਦਾ ਨੰਗਾ ਨਹੀਂ ਹੁੰਦਾ, ਉਹ ਪੱਟਦਾ ਹੀ ਨਹੀਂ। ਹੋਰ ਕੱਪੜੇ ਕੋਟ ਪੈਂਟ ਵਗੈਰਾ ਪਹਿਨਣ ਦੀ ਸਾਡੀ ਸ਼ਰਧਾ ਚਲੀ ਗਈ ਹੈ। ਇਸੇ ਪ੍ਰਕਾਰ ਕੱਪੜ ਭੋਜਨ ਸੱਚ ਰਹਿਦਾ ਲਿਵੈ ਧਾਰ। ਜੋ ਤੇਲ ਧਾਰਾ ਵਤ ਚਿੱਤ ਦੀ ਬਿਰਤੀ ਹਰ ਵਕਤ ਤੇਰੇ ਨਾਮ 'ਚ ਲਗਾ ਕੇ ਰਹਿੰਦਾ ਹੈ, ਉਸ ਦਾ ਵਸਤਰਾਂ ਦਾ ਪਹਿਨਣਾ ਤੇ ਭੋਜਨ ਖਾਣਾ ਇਤਿਆਦਿਕ ਸਾਰਾ ਕੁਝ ਸਫਲਾ ਹੈ। ਸੋ ਮਹਾਰਾਜ ਦਾ ਬਚਨ ਹੈ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਾ ਹੈ ਹਰ ਹਰ ਰਾਮ ਨਾਮ ਹਰ ਸਾਥ। ਤਿਨ ਕੇ ਤੁਰੇ जीन खुरगीर सब पवित्र है। जिनी सेवक संत साध चढ़ जाते। इंज सो ढाडी गुणवंत। वो ढाडी जस करन वाला श्रेष्ठ गुणा वाला ज्ञानवान है। जिसनों प्रभ प्यार, जिसनों हे परमेश्वर तेरे नाम दे नाल प्यार है, प्रेम है। गल तां प्रेम दी मुक्की है। साज कहो सुन लेहो सब है। जिन प्रेम कियो तिन ही प्रभ पायो। इन्नी ही कथा गुरु साहिब की बख्शिश हुई है। इत्थे ही समाप्ति इन्नी प्रवान करनी जी। भुलां चुका क्षमा करनी है। अगे तो समत बख्शनी। ਕੱਪੜ ਭੋਜਨ ਸੱਚ ਰਹਿਦਾ ਲਿਵੈ ਧਾਰ। ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।